ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ 'ਚ ਅੱਜ ਗੱਲ ਕੰਟਰੋਵਰਸੀ ਦੀ, ਕੰਟਰੋਵਰਸੀ ਜੋ ਨਿਤ ਨਵੀਂ ਹੋ ਰਹੀ ਹੈ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਦੇ ਉੱਤੇ। ਤੇ ਹੁਣ ਮਾਨ ਸਾਹਿਬ ਨੇ ਜਨੇਊ ਨੂੰ ਲੈ ਕੇ ਬਿਆਨ ਦਿੱਤਾ ਹੈ। ਦਰਅਸਲ ਤੁਲਨਾ ਕੀਤੀ ਹੈ ਜਨੇਊ ਅਤੇ ਕਿਰਪਾਨ ਦੀ। ਮਾਮਲਾ ਕਿਰਪਾਨ ਨੂੰ ਲੈ ਕੇ ਸੀ, ਪਰ ਐਮਪੀ ਸਾਹਿਬ ਨੇ ਜ਼ਿਕਰ ਜਨੇਊ ਦਾ ਸ਼ੁਰੂ ਕਰ ਦਿੱਤਾ। ਅੱਜ ਚਰਚਾ ਇਸ ਮੁੱਦੇ ਦੇ ਉੱਤੇ ਕਿ ਕਿਸੇ ਵੀ ਮਾਮਲੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਿਉਂ ਸ਼ੁਰੂ ਕਰ ਦਿੱਤੀ ਜਾਂਦੀ ਹੈ, ਕਿਸੇ ਇੱਕ ਲੀਡਰ ਦੇ ਵੱਲੋਂ ਜਾਂ ਕਿਸੇ ਵੀ ਸ਼ਖਸ ਦੇ ਵੱਲੋਂ। ਦਰਅਸਲ ਇਹ ਪੂਰਾ ਮਾਮਲਾ ਦੀ ਸ਼ੁਰੂਆਤ ਹੁੰਦੀ ਹੈ ਇੱਕ ਪਟੀਸ਼ਨ ਦੇ ਜ਼ਰੀਏ ਜੋ ਦਿੱਲੀ ਹਾਈ ਕੋਰਟ ਦੇ ਵਿੱਚ ਪਾਈ ਗਈ, ਜਿਸ ਦੇ ਵਿੱਚ ਜ਼ਿਕਰ ਹੋਇਆ ਕਿ ਜਿਹੜੇ ਜਹਾਜ਼ਾਂ ਦੇ ਵਿੱਚ ਛੋਟੀ ਕਿਰਪਾਨ ਪਾ ਕੇ ਜਾਣ ਦੀ ਇਜਾਜ਼ਤ ਹੈ ਉਸ ਨੂੰ ਨਾ ਦਿੱਤਾ ਜਾਵੇ। ਇਹ ਉਸ ਪਟੀਸ਼ਨ ਦੇ ਜ਼ਰੀਏ ਕਿਹਾ ਗਿਆ। ਪਰ ਸਵਾਲ ਹੈ ਕਿ ਜੇ ਮਾਮਲਾ ਅਦਾਲਤ ਦੇ ਵਿੱਚ ਹੈ ਤਾਂ ਫਿਰ ਧਾਰਮਿਕ ਟਿੱਪਣੀਆਂ ਦੀ ਜ਼ਰੂਰਤ ਕੀ ਹੈ? ਕਿ ਜੇਕਰ ਅਦਾਲਤ ਦੇ ਵਿੱਚ ਜਾ ਕੇ ਆਪਣੀ ਗੱਲ ਰੱਖੀ ਜਾਵੇ ਉਹ ਜ਼ਿਆਦਾ ਬਿਹਤਰ ਨਹੀਂ? ਜੇਕਰ ਮਾਮਲਾ ਇੱਕ ਸ਼ਖਸ ਦੇ ਵੱਲੋਂ ਪਟੀਸ਼ਨ ਦੇ ਜ਼ਰੀਏ ਕਿਰਪਾਨ ਦੇ ਉੱਤੇ ਅਦਾਲਤ 'ਚ ਪਟੀਸ਼ਨ ਪਾਉਂਦਾ ਹੈ ਤਾਂ ਫਿਰ ਜਨੇਊ ਦਾ ਜ਼ਿਕਰ ਕਰਕੇ ਜਾਂ ਤੁਲਨਾ ਕਰਨ ਦੀ ਜ਼ਰੂਰਤ ਕਿਉਂ ਹੈ? ਕਿ ਇਹ ਸੁਰਖੀਆਂ 'ਚ ਰਹਿਣ ਦਾ ਕੋਈ ਜ਼ਰੀਆ ਤਾਂ ਨਹੀਂ ਹੈ? ਤੇ ਕੀ ਅਜਿਹੇ ਬਿਆਨਾਂ ਦੇ ਨਾਲ ਸਮਾਜਿਕ ਸਾਂਝ, ਖਾਸ ਤੌਰ ਤੇ ਮੈਂ ਪੰਜਾਬ ਦਾ ਜ਼ਿਕਰ ਕਰ ਰਿਹਾ ਹਾਂ, ਭਾਈਚਾਰਕ ਸਾਂਝ ਦੀਆਂ ਬਹੁਤ ਮਿਸਾਲਾਂ ਦਿੱਤੀਆਂ ਜਾਂਦੀਆਂ ਪੰਜਾਬ ਦੀਆਂ, ਤਾਂ ਕਿ ਅਜਿਹੀਆਂ ਸਟੇਟਮੈਂਟਸ ਦੇ ਨਾਲ ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਹੋਵੇਗਾ। ਅੱਜ ਚਰਚਾ ਇਸੇ ਕੰਟਰੋਵਰਸੀ ਦੀ ਔਰ ਇਹਨਾਂ ਬਿਆਨਾਂ ਦੀ ਕਿ ਇਹ ਕਿੰਨੇ ਕੁ ਜ਼ਰੂਰੀ ਨੇ ਇਸ ਤਰੀਕੇ ਦੀਆਂ ਸਟੇਟਮੈਂਟਸ ਦੇਣੀਆਂ। ਜੇ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ ਉਸ ਤੋਂ ਬਾਅਦ ਇਸ ਪੂਰੇ ਮੁੱਦੇ ਉੱਤੇ ਚਰਚਾ ਕਰਾਂਗੇ। ਦਰਅਸਲ ਜਨੇਊ ਪਹਿਨਣ ਦੇ ਉੱਤੇ ਸਵਾਲ ਚੁੱਕੇ ਨੇ ਸਿਮਰਨਜੀਤ ਸਿੰਘ ਮਾਨ ਨੇ। ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆਇਆ ਕਿ ਕਿਰਪਾਨ ਵਿਵਾਦ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਜੇ ਹਿੰਦੂ ਜਨੇਊ ਪਾ ਕੇ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦੇ ਨੇ ਤਾਂ ਫਿਰ ਸਿੱਖ ਕਿਰਪਾਨ ਕਿਉਂ ਨਹੀਂ ਲੈ ਕੇ ਜਾ ਸਕਦੇ? ਜਨੇਊ ਦੇ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ, ਇਹ ਵੀ ਸਿਮਰਨਜੀਤ ਸਿੰਘ ਮਾਨ ਜ਼ਿਕਰ ਕਰਦੇ ਹੋਏ ਨਜ਼ਰ ਆਏ। ਹੁਣ ਸਵਾਲ ਇਹੀ ਜੋ ਅਸੀਂ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਟੀਸ਼ਨ ਅਦਾਲਤ ਦੇ ਵਿੱਚ ਪਾਈ ਗਈ ਹੈ, ਉਸ ਪਟੀਸ਼ਨ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਾਂ ਫਿਰ ਕੋਈ ਵੀ ਆਪਣੀ ਟਿੱਪਣੀ ਕਰ ਸਕਦਾ ਹੈ ਕਿ ਉਸ ਦੇ ਪੱਖ ਦੇ ਵਿੱਚ ਉਸ ਦੇ ਖਿਲਾਫ ਕੋਈ ਦਿੱਕਤ ਨਹੀਂ। ਪਰ ਇਸ ਟਿੱਪਣੀ ਦੇ ਨਾਲ ਜੋੜਨ ਦੀ ਕੀ ਜ਼ਰੂਰਤ ਹੈ ਕਿਸੇ ਧਰਮ ਨੂੰ ਜਾਂ ਕਿਸੇ ਧਰਮ ਦੇ ਕਿਸੇ ਧਾਰਮਿਕ ਚਿੰਨ੍ਹ ਨੂੰ? ਇਸ ਦੇ ਉੱਤੇ ਅੱਜ ਗੱਲਬਾਤ ਕਰਾਂਗੇ, ਪਰ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਹੈ ਕੀ। ਮੈਂ ਕਹੂੰਗਾ ਕਿ ਜਿਹੜੇ ਹਿੰਦੂ ਸਾਡੇ ਭਰਾ ਜਨੇਊ ਪਹਿਨਦੇ ਹੈ, ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਬਿਲਕੁਲ ਸਦਾ ਦੇ ਲਈ ਛੱਡਤਾ ਸੀ, ਪਰ ਉਹਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਜਨੇਊ ਦੀ ਗੱਲ ਕਰੀਏ ਤੇ ਜਨੇਊ ਵੀ ਇਹ ਕਿਉਂ ਜਾਏ ਹਵਾਈ ਜਹਾਜ਼ਾਂ ਦੇ ਵਿੱਚ? ਕਿਉਂ ਕਰਕੇ ਜਿਹੜਾ ਡੋਰ ਚੀਨੀਆਂ ਦੀ ਹੈ, ਜੇ ਉਹਦਾ ਜਨੇਊ ਕੋਈ ਪਹਿਨ ਕੇ ਚਲਿਆ ਜਾਊਗਾ ਉਹ ਤਾਂ ਕਿਸੇ ਦਾ ਗਲ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ। ਉਹ ਦਿੱਲੀ ਹਾਈ ਕੋਰਟ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਲੈ ਕੇ ਪਾਈ ਪਟੀਸ਼ਨ ਤੇ ਵਿਵਾਦ ਛਿੜ ਗਿਆ। ਪਟੀਸ਼ਨ ਦੇ ਵਿੱਚ ਸਿੱਖਾਂ ਨੂੰ ਘਰੇਲੂ ਹਵਾਈ ਉਡਾਣਾਂ ਦੇ ਵਿੱਚ ਕਿਰਪਾਨ ਪਾਉਣ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਹਾਈ ਕੋਰਟ ਨੇ ਕਿਰਪਾਨ ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਪਰ ਇਸ ਪਟੀਸ਼ਨ ਤੇ ਸਿਆਸੀ ਘਮਸਾਨ ਮਚ ਗਿਆ। ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਹਵਾਈ ਸਫ਼ਰ ਦੇ ਦੌਰਾਨ ਹਿੰਦੂਆਂ ਵੱਲੋਂ ਪਾਏ ਜਾਂਦੇ ਜਨੇਊ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਐਮਪੀ ਮਾਨ ਦਾ ਕਹਿਣਾ ਹੈ ਕਿ ਜੇ ਹਿੰਦੂ ਜਨੇਊ ਪਾ ਕੇ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦੇ ਨੇ ਤਾਂ ਸਿੱਖ ਕਿਰਪਾਨ ਲੈ ਕੇ ਕਿਉਂ ਨਹੀਂ ਜਾ ਸਕਦੇ? ਇਹਦੇ ਨਾਲ ਤੋੜ ਭੰਨ ਬਿਲਕੁਲ ਹੋ ਜੂਗੀ ਜੇ ਹਾਈ ਕੋਰਟ ਨੇ ਇਹੋ ਜਿਹਾ ਫੈਸਲਾ ਕਰਤਾ ਕਿ ਸਿੱਖ ਆਪਣੀ ਕਿਰਪਾਨ ਨਹੀਂ ਪਹਿਨ ਸਕਦੇ ਹੈਗੇ। ਪਹਿਲਾਂ ਮੈਨੂੰ ਪਾਰਲੀਮੈਂਟ ਨਹੀਂ ਜਾਣ ਦਿੱਤਾ ਹੈਗਾ, ਮੇਰਾ ਹੱਕ ਜਿਹੜਾ ਸੰਵਿਧਾਨ ਦੀ 25 ਧਾਰਾ ਦੇ ਵਿੱਚ ਲਿਖਿਆ ਹੋਇਆ। ਹੁਣ ਕੀ ਸਿੱਖ ਜੇ ਸਫ਼ਰ ਕਰ ਰਹੇ ਹੈ ਉਹ ਕਿਰਪਾਨ ਨਹੀਂ ਪਹਿਨ ਸਕਦੇ? ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦਲੀਲ ਦਿੱਤੀ ਹੈ ਕਿ ਜੇਕਰ ਸਿੱਖਾਂ ਦੀ ਕਿਰਪਾਨ ਨੂੰ ਖਤਰਾ ਮੰਨਿਆ ਜਾ ਰਿਹਾ ਹੈ ਤਾਂ ਜਨੇਊ ਦੀ ਡੋਰੀ ਦੇ ਨਾਲ ਕਿਸੇ ਦਾ ਵੀ ਗਲਾ ਦਬਾਇਆ ਜਾ ਸਕਦਾ ਹੈ। ਉਹਨਾਂ ਆਪਣੀ ਦਲੀਲ 'ਚ ਜਨੇਊ ਨੂੰ ਵੀ ਕਿਰਪਾਨ ਜਿੰਨਾ ਹੀ ਖਤਰਨਾਕ ਦੱਸਿਆ। ਮੈਂ ਕਹੂੰਗਾ ਕਿ ਜਿਹੜੇ ਹਿੰਦੂ ਸਾਡੇ ਭਰਾ ਜਨੇਊ ਪਹਿਨਦੇ ਹੈ, ਜਿਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਤਾਂ ਜਨੇਊ ਬਿਲਕੁਲ ਸਦਾ ਦੇ ਲਈ ਛੱਡਤਾ ਸੀ,
ਪਰ ਉਹਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਡੋਰ ਚੀਨੀਆਂ ਦੀ ਹੈ। ਜੇ ਉਹਦਾ ਜਨੇਊ ਕੋਈ ਪਹਿਨ ਕੇ ਚਲਿਆ ਜਾਊਗਾ, ਉਹ ਤਾਂ ਕਿਸੇ ਦਾ ਗਲ ਵੀ ਵੱਢ ਸਕਦਾ ਹੈ, ਜ਼ਖਮ ਵੀ ਕਰ ਸਕਦਾ ਹੈ। ਦਰਅਸਲ ਇਹ ਪਟੀਸ਼ਨ ਹਿੰਦੂ ਨੇਤਾ ਹਰਸ਼ ਵਿਬੋਰ ਸਿੰਗਲ ਨੇ ਪਾਈ ਹੈ, ਜਿਨ੍ਹਾਂ ਤਰਕ ਦਿੱਤਾ ਹੈ ਕਿ ਕਿਰਪਾਨ ਕਤਲ ਦੇ ਵਿੱਚ ਵਰਤਿਆ ਜਾਣ ਵਾਲਾ ਬਲੇਡ ਹੈ ਤੇ ਫਲਾਈਟਸ ਦੇ ਵਿੱਚ ਇਸ ਦੀ ਇਜਾਜ਼ਤ ਦੇਣਾ ਸ਼ਹਿਰੀ ਹਵਾਬਾਜ਼ੀ ਦੇ ਲਈ ਖਤਰਨਾਕ ਹੈ। ਅਸਲ 'ਚ ਸਰਕਾਰ ਨੇ ਹਾਲ ਹੀ ਦੇ ਵਿੱਚ ਸਿੱਖਾਂ ਨੂੰ ਹਵਾਈ ਸਫ਼ਰ ਦੇ ਦੌਰਾਨ ਕਿਰਪਾਨ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਸੀ। ਏਅਰ ਇੰਡੀਆ ਵੱਲੋਂ ਜਾਰੀ ਜਾਣਕਾਰੀ ਦੇ ਮੁਤਾਬਿਕ ਸਿੱਖਾਂ ਨੂੰ ਘਰੇਲੂ ਉਡਾਣਾਂ ਦੇ ਦੌਰਾਨ ਬਲੇਡ ਦੀ ਲੰਬਾਈ 6 ਇੰਚ ਤੇ ਮਿਆਨ ਦੇ ਨਾਲ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਹੋਣੀ ਚਾਹੀਦੀ ਹੈ, ਜਦਕਿ ਕੌਮਾਂਤਰੀ ਉਡਾਣਾਂ ਮੌਕੇ ਭਾਰਤੀ ਰਜਿਸਟਰਡ ਹਵਾਈ ਕੰਪਨੀਆਂ ਦੇ ਜਹਾਜ਼ਾਂ ਦੇ ਅੰਦਰ ਬਲੇਡ ਦੀ ਲੰਬਾਈ 6 ਇੰਚ ਤੇ ਕਿਰਪਾਨ ਦੀ ਕੁੱਲ ਲੰਬਾਈ 9 ਇੰਚ ਹੀ ਨਿਯਤ ਕੀਤੀ ਗਈ ਹੈ। ਪਰ ਵਿਦੇਸ਼ੀ ਰਜਿਸਟਰਡ 에ਅਰਲਾਈਨਸ ਦੇ ਜਹਾਜ਼ਾਂ ਦੇ ਵਿੱਚ ਸਿੱਖਾਂ ਨੂੰ ਕਿਰਪਾਨ ਪਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ। ਉਧਰ ਅਖਿਲ ਹਿੰਦੂ ਪ੍ਰੀਸ਼ਦ ਦੇ ਆਗੂ ਵਿਜੇ ਭਾਰਦਵਾਜ ਨੇ ਮਾਨ ਦੇ ਬਿਆਨ ਨੂੰ ਹਿੰਦੂਆਂ ਦੇ ਨਾਲ ਨਫ਼ਰਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮਾਨ ਜਾਣਬੁੱਝ ਕੇ ਜਨੇਊ ਦੀ ਤੁਲਨਾ ਕਿਰਪਾਨ ਦੇ ਨਾਲ ਕਰ ਰਹੇ ਨੇ। ਦੇ ਵਾਸਤੇ ਸਾਡੇ ਵੱਲੋਂ ਕੋਈ ਵਿਰੋਧ ਨਹੀਂ ਹੈ, ਬਿਲਕੁਲ ਹੀ ਵਿਰੋਧ ਨਹੀਂ ਹੈ ਵੀ ਅਗਰ ਚਾਦਰਾ ਪਾ ਕੇ ਜਹਾਜ਼ ਦੇ ਵਿੱਚ ਜਾਂਦਾ ਹੈ। ਅਸੀਂ ਐਸੇ ਹਿੰਦੂ ਮੈਂ ਗੱਲ ਕਰਦਾ ਪਿਆ ਜਿਹੜੀ ਕਿਰਪਾਨ ਦੀ ਗੱਲ ਸਿਮਰਜੀਤ ਸਿੰਘ ਮਾਨ ਕਰਦਾ ਪਿਆ, ਮੈਨੂੰ ਉਹ ਕਿਰਪਾਨ ਨਹੀਂ ਲੈ ਕੇ ਜਾਣ ਦਿੰਦੇ ਪਏ, ਉਹ ਲੋਕਾਂ ਨੂੰ ਭੜਕਾ ਰਿਹਾ। ਦਿੱਲੀ ਹਾਈ ਕੋਰਟ ਨੇ ਫਿਲਹਾਲ ਕਿਰਪਾਨ ਪਾਉਣ ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਤੋਂ ਜਵਾਬ ਮੰਗਿਆ ਤੇ ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ। ਦਰਅਸਲ ਸਿੱਧਾ ਜਿਹਾ ਇਸ਼ੂ ਇਹ ਹੈ ਕਿ ਜੇਕਰ ਕੋਈ ਮੁੱਦਾ ਹੈ ਜਾਂ ਜਿਸ ਨੂੰ ਅਦਾਲਤ ਦੇ ਵਿੱਚ ਕੋਈ ਲੈ ਕੇ ਗਿਆ ਹੈ ਤਾਂ ਉਸ ਪਟੀਸ਼ਨ ਦਾ ਅਦਾਲਤ ਦੇ ਪਲੇਟਫਾਰਮ ਦੇ ਉੱਤੇ ਯਾਨੀ ਕਿ ਅਦਾਲਤ ਦੇ ਅੰਦਰ ਹੀ ਜਾ ਕੇ ਆਪਣਾ ਪੱਖ ਰੱਖਿਆ ਜਾਵੇ, ਉਹ ਜ਼ਿਆਦਾ ਵਧੀਆ, ਜਾਂ ਪਬਲਿਕ ਪਲੇਟਫਾਰਮ ਦੇ ਵਿੱਚ ਆ ਕੇ ਆਮ ਲੋਕਾਂ ਦੇ ਸਾਹਮਣੇ ਕੋਈ ਸਟੇਟਮੈਂਟ ਦੇ ਦਿੱਤੀ ਜਾਵੇ, ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜੋ ਕਰੀਬ 15-18 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਜੋ ਇੱਕ ਲੋਕ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਲੋਕ ਸਭਾ ਹਲਕੇ ਦੇ ਵਿੱਚ ਸਿਰਫ ਇੱਕ ਧਰਮ ਦੇ ਨਾਲ ਜੁੜੇ ਹੋਏ ਲੋਕ ਤਾਂ ਨਹੀਂ ਨੇ, ਹਰ ਧਰਮ ਦੇ ਨਾਲ ਜੁੜੇ ਹੋਏ ਲੋਕ ਨੇ। ਤਾਂ ਕਾਨੂੰਨ ਦੇ ਮੁਤਾਬਿਕ, ਸੰਵਿਧਾਨ ਦੇ ਮੁਤਾਬਿਕ ਪਾਲਣਾ ਔਰ ਮਰਿਆਦਾ ਤਾਂ ਸਾਰਿਆਂ ਦੀ ਜ਼ਰੂਰ ਰੱਖਣੀ ਹੁੰਦੀ ਹੈ। ਖੈਰ, ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ। ਜੈਵੰਸ਼ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਰ, ਬਹੁਤ ਬਹੁਤ ਸਵਾਗਤ ਹੈ। ਵਿਜੇ ਭਾਰਦਵਾਜ ਜੀ ਸਾਡੇ ਨਾਲ ਜੁੜ ਰਹੇ ਨੇ, ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਨੂੰ ਰਿਪਰੈਜ਼ੈਂਟ ਕਰਨਗੇ। ਭਾਰਦਵਾਜ ਜੀ ਸਵਾਗਤ ਹੈ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਗੋਬਿੰਦ ਸਿੰਘ ਸੰਧੂ ਜੁੜਨਗੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰਨਗੇ ਔਰ ਕੁਝ ਹੀ ਪਲਾਂ ਦੇ ਵਿੱਚ ਉਹ ਸਾਡੇ ਨਾਲ ਜੁੜਨਗੇ। ਮੈਂ ਸ਼ੁਰੂਆਤ ਕਰਦਾ ਹਾਂ ਗਰੇਵਾਲ ਸਾਹਿਬ ਤੁਹਾਡੇ ਤੋਂ, ਐਸਜੀਪੀਸੀ ਤੋਂ। ਐਸਜੀਪੀਸੀ ਇਸ ਪੂਰੇ ਮੁੱਦੇ ਉੱਤੇ ਕਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਨੂੰ ਦੇਖ ਰਹੀ ਹੈ? ਗੌਰਵ ਜੀ, ਅੱਜ ਦਾ ਵਿਸ਼ਾ ਜਿਹੜਾ ਰਾਜਨੀਤਿਕ ਨਹੀਂ ਹੈਗਾ, ਸੋ ਮੈਨੂੰ ਲੱਗਦਾ ਵੀ ਅੱਜ ਅਸੀਂ ਕਿਸੇ ਰਾਜਨੀਤੀ ਦੇ ਦਲਦਲ ਵਿੱਚ ਤੋਂ ਬਾਹਰ ਆਵਾਂਗੇ ਜੀ। ਧਾਰਮਿਕ ਭਾਵਨਾ ਨਾਲ ਜੁੜਿਆ ਮੁੱਦਾ, ਮੈਨੂੰ ਕਿਰਪਾ ਕਰਕੇ ਤੁਸੀਂ ਥੋੜਾ ਜਿਹਾ ਸਮਾਂ ਦਿਓਗੇ। ਜਿਹੜੀ ਕਿਰਪਾਨ ਹੈ, ਕਿਰਪਾਨ ਦਾ ਜਿਹੜਾ ਜ਼ਿਕਰ ਹੋ ਰਿਹਾ, ਇਹ ਜਿਹੜੀ ਉੱਥੇ ਜਹਾਜ਼ ਦੇ ਵਿੱਚ ਪਹਿਨਣ ਵਾਲੀ ਗੱਲ ਕਰ ਰਹੇ ਤੁਸੀਂ, ਜਿਹਦੇ ਚ ਸਾਡਾ ਜਿਹੜਾ ਕਾਨੂੰਨ ਇਜਾਜ਼ਤ ਦਿੰਦਾ 6 ਇੰਚ ਕਿਰਪਾਨ ਤੇ ਪੂਰੀ ਲਾਂਚ ਹੋਣੀ ਚਾਹੀਦੀ, ਜੋ ਤੁਸੀਂ ਜ਼ਿਕਰ ਕੀਤਾ ਸੁਣਿਆ। ਇਹ ਦੇਖਿਆ ਜਾਵੇ ਕਿ ਸਿੱਖੀ ਦੇ ਜਿਹੜੀ ਜਦੋਂ ਬੰਦਾ ਸਿੱਖ ਅੰਮ੍ਰਿਤ ਛਕਦਾ, ਸਿੱਖੀ ਧਾਰਨ ਕਰਦਾ, ਉਹਨੂੰ 5 ਪ੍ਰਕਾਰ ਪਹਿਨਣੇ ਚਾਹੀਦੇ ਆ। ਉਹ ਪ੍ਰਕਾਰ ਉਹਦੇ ਕਿਹਨਾਂ ਸਰੀਰ ਦਾ ਹਿੱਸਾ ਬਣ ਜਾਂਦੇ ਆ। ਕਿਰਪਾਨ ਉਸ ਵਿੱਚੋਂ ਇੱਕ ਹੈ। ਸੋ ਇਹ ਗੱਲ ਠੀਕ ਹੈ ਕਿ ਇਹ ਸਾਡਾ ਧਾਰਮਿਕ ਚਿੰਨ੍ਹ, ਇੱਕ ਗੱਲ। ਦੂਸਰੇ ਪਾਸੇ ਮੈਂ ਸਾਰੇ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਕਹਿ ਦਿਆਂ ਕਿ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਪਿਆਰ ਨਾਲ ਤੇ ਸਤਿਕਾਰ ਨਾਲ ਇਹ ਗੱਲ ਸਿਖਾਈ ਹੈ ਕਿ ਕੋਈ ਵੀ ਧਰਮ ਹੈ, ਉਹਦੇ ਧਰਮ ਦਾ ਕੋਈ ਚਿੰਨ੍ਹ ਹੈ ਜਾਂ ਉਹਦੇ ਧਰਮ ਦੀ ਕੋਈ ਰਸਮ ਹੈ, ਉਹਦਾ ਅਸੀਂ ਸਤਿਕਾਰ ਕਰਨਾ। ਜਿਹੜਾ ਜਨੇਊ ਆ, ਇਹ ਹਿੰਦੂ ਧਰਮ ਦੀ ਆਪਣੇ ਹਿੰਦੂਤਾ ਹੋਣ ਦਾ ਪ੍ਰਤੀਕ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਇਹ ਵੀ ਗੱਲ ਠੀਕ ਹੈ ਕਿ ਜਿਹੜੀ ਮਾਨ ਸਾਹਿਬ ਨੇ ਉੱਥੇ ਕਹੀ ਹੈ, ਇਹ ਗੱਲ ਬਿਲਕੁਲ ਠੀਕ ਹੈ ਕਿ ਜਨੇਊ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਹੀਂ ਪਹਿਨਿਆ, ਪਰ 9ਵੇਂ ਪਾਤਸ਼ਾਹ ਨੇ ਜਨੇਊ ਨੂੰ ਬਚਾਉਣ ਵਾਸਤੇ ਆਪਣਾ ਸੀਸ ਦਿੱਤਾ। ਇਹ ਇਸ ਗੱਲ ਦਾ ਇਤਿਹਾਸ ਹੈ। ਪਰ ਮੈਂ ਇੱਥੇ ਇੱਕ ਇਤਰਾਜ਼ ਜ਼ਰੂਰ ਕਰੂੰਗਾ। ਇੱਕ ਹਿੰਦੂ ਨੇਤਾ ਜਿਹਨੇ ਇਸ ਕੁਆਰੇ ਦੀ ਜੜ ਬਣਿਆ, ਮਾਫ ਕਰਨਾ ਇਸ ਗੱਲ ਨੂੰ, ਨਹੀਂ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਇਹ ਗਿਆ ਕਿ ਇਹਨਾਂ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਉਹਨੇ ਗੱਲ ਕਹੀ ਕਿ ਇਹ ਜਿਹੜੀ ਕਿਰਪਾਨ ਹੈ, ਇਹ ਚਾਕੂ ਦੇ ਤੌਰ ਤੇ ਆ, ਇਹਦੇ ਨਾਲ ਬੰਦਾ ਮਾਰਿਆ ਜਾਂਦਾ। ਇਹ ਗੱਲ ਕਹਿਣੀ ਬਿਲਕੁਲ ਗਲਤ ਹੈ। ਮੈਂ ਇਹਨੂੰ ਪੂਰਨ ਤੌਰ ਤੇ ਕੰਡੈਮ ਕਰਦਾ। ਇਹ ਗੱਲ ਨਹੀਂ ਕਹਿਣੀ ਚਾਹੀਦੀ। ਮੈਂ ਹੁਣ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜੀ ਕਿਰਪਾਨ ਦੇ ਧਾਰਨੀ ਲੋਕ ਸੀਗੇ,
ਕਿਰਪਾਨ ਜਿਹੜੀ ਹੈ ਇਹ ਜਨੇਊ ਨਾਲੋਂ ਥੋੜਾ ਜਿਹਾ ਫਰਕ ਹੈ। ਆਪਾਂ ਇੱਥੇ ਥੋੜਾ ਜਿਹਾ ਮੈਨੂੰ ਟਾਈਮ ਦਿਓ। ਕਿਰਪਾਨ ਜਿਹੜੀ ਹੈ ਸਾਡੀ ਸਿੱਖਾਂ ਦੀ ਸਮੇਂ ਰੱਖਿਆ ਗਈ ਹੈ ਜੀ। ਕਿਰਪਾਨ ਮਜਲੂਮ ਦੀ ਰਾਖੀ ਦੀ ਤੌਰ ਤੇ ਪ੍ਰਤੀਕ ਹੈ। ਕਿਰਪਾਨ ਜਰਮਾਨੇ ਦੀ ਪੱਖਿਆ ਵਾ ਜ਼ਬਰ ਦੇ ਜ਼ੁਲਮ ਦੇ ਖਿਲਾਫ ਸ਼ਾਸਤਰਧਾਰੀ ਹੋ ਕੇ ਸਿੱਖ ਨੇ ਲੜਾਈ ਲੜੀ, ਇਸ ਦੇਸ਼ ਦੀ ਆਜ਼ਾਦੀ ਵੀ ਦਵਾਈ, ਇਸ ਦੇਸ਼ ਦੀ ਇੱਜ਼ਤ ਵੀ ਬਣਾਈ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੀ ਮਾਨ ਸਾਹਿਬ ਨੇ ਇਹ ਤੁਲਨਾ ਕੀਤੀ ਹੈ ਜਨੇਊ ਦੀ ਤੇ ਕਿਰਪਾਨ ਦੀ, ਮੈਂ ਉਹਨਾਂ ਦੇ ਬਿਆਨ ਦਾ ਉਹ ਜਾਤੀ ਤੌਰ ਤੇ ਜੋ ਮਰਜ਼ੀ ਕਹਿਣ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਪਰ ਇੱਥੇ ਸਾਨੂੰ ਤੁਲਨਾ ਨਹੀਂ ਕਰਨੀ ਚਾਹੀਦੀ। ਭਾਵੇਂ ਭਾਰਤਵਾਦੀ ਬੈਠੇ ਆ, ਮੇਰੀ ਇਸ ਗੱਲ ਨਾਲ ਕਿੰਨਾ ਸਹਿਮਤ ਹੋਣਗੇ ਨਹੀਂ ਸਹਿਮਤ ਹੋਣਗੇ। ਜਨੇਊ ਇੱਕ ਧਾਰਮਿਕ ਪ੍ਰਤੀਕ ਹੈ, ਜਿਹੜੀ ਕਿਰਪਾਨ ਇੱਕ ਸ਼ਾਸਤਰ ਵੀ ਹੈ। ਇਹ ਜਿੱਥੇ ਚਿੰਨ੍ਹ ਹੈ ਉੱਥੇ ਸ਼ਾਸਤਰ ਵੀ ਹੈ, ਇਹਦਾ ਥੋੜਾ ਜਿਹਾ ਫਰਕ ਹੈ। ਇਸ ਕਰਕੇ ਸਾਨੂੰ ਇਹ ਗੱਲ ਨੂੰ ਜਿਹੜਾ ਮਾਨ ਸਾਹਿਬ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ, ਜਿੱਥੇ ਜਨੇਊ ਤੇ ਕਿਰਪਾਨ ਨੂੰ ਜੇ ਤੁਲਨਾ ਕਰੀਏ, ਮੈਨੂੰ ਲੱਗਦਾ ਵੀ ਅਸੀਂ ਜਸਟੀਫਾਈ ਨਹੀਂ ਕਰ ਸਕਦੇ, ਭਾਵੇਂ ਕਿ ਉਹ ਦੋਨੇ ਹੀ ਆਪਣੇ ਆਪਣੇ ਧਰਮ ਦੇ ਪ੍ਰਤੀਕ ਨੇ। ਅਸੀਂ ਦੋਨਾਂ ਦਾ ਆਪਣੇ ਆਪਣੇ ਥਾਵਾਂ ਤੇ ਸਤਿਕਾਰ ਕਰਦੇ ਹਾਂ। ਪਰ ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ। ਜੋ ਤੁਹਾਡਾ ਪੁਆਇੰਟ ਆਇਆ, ਤੁਸੀਂ ਜਿੰਨਾ ਮੈਂ ਸਮਝ ਸਕਿਆ ਗਰੇਵਾਲ ਸਾਹਿਬ, ਤੁਸੀਂ ਇਹ ਕਹਿ ਰਹੇ ਹੋ ਕਿ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ, ਔਰ ਜੇ ਕਿਰਪਾਨ ਨੂੰ ਅਲੱਗ ਰੱਖਿਆ ਜਾਵੇ ਤੇ ਜਨੇਊ ਨੂੰ ਅਲੱਗ ਰੱਖਿਆ ਜਾਵੇ, ਤੁਲਨਾ ਨਾ ਕੀਤੀ ਜਾਵੇ। ਬੇਸਿਕਲੀ ਪੁਆਇੰਟ ਇਹੀ ਹੈ ਕਿ ਤੁਲਨਾ ਕਰਨ ਦੀ ਜ਼ਰੂਰਤ ਕਿਉਂ ਪਈ? ਜਦੋਂ ਤੁਲਨਾ ਹੁੰਦੀ ਹੈ ਤਾਂ ਫਿਰ ਹਰ ਕੋਈ ਇੱਕ ਦੂਜੇ ਤੋਂ ਸੁਪੀਰੀਅਰ ਦੱਸਣ ਦੀ ਜਾਂ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗਦਾ ਤੇ ਫਿਰ ਉੱਥੇ ਹੀ ਤਾਂ ਕਨਫਲਿਕਟ ਪੈਦਾ ਹੁੰਦੇ ਨੇ। ਪੁਆਇੰਟ ਤਾਂ ਇਹੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਗੋਬਿੰਦ ਸਿੰਘ ਸੰਧੂ ਜੀ ਵੀ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੰਧੂ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਮਿਹਰਬਾਨੀ ਜੀ ਤੁਹਾਡੀ। ਸੰਧੂ ਸਾਹਿਬ, ਮੈਂ ਸ਼ੁਰੂਆਤ ਕਰਦਾ ਇसी ਪੁਆਇੰਟ ਤੋਂ ਕਿ ਤੁਲਨਾ ਕਿਉਂ, ਜਨੇਊ ਤੇ ਕਿਰਪਾਨ ਦੀ ਤੁਲਨਾ ਕਿਉਂ? ਮੈਂ ਸਮਝਦਾ ਜੀ ਕਿ ਜਨੇਊ ਤੇ ਕਿਰਪਾਨ ਦੋਨੋਂ ਧਾਰਮਿਕ ਨਿਸ਼ਾਨ ਹੈਗੇ ਆ ਜੀ, ਤੇ ਦੋਨੋਂ ਜਿਵੇਂ ਗਰੇਵਾਲ ਸਾਹਿਬ ਨੇ ਉਹਨੇ ਆਖਿਆ ਕਿ ਕਿਰਪਾਨ ਸਿੱਖਾਂ ਦੇ ਸਰੀਰ ਦਾ ਇੱਕ ਅੰਗ ਬਣ ਗਿਆ। ਕਿਰਪਾਨ ਦਾ ਪਹਿਲਾਂ ਦਾ ਮਤਲਬ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸ ਤੋਂ ਬਾਅਦ ਆਪਾਂ ਜਨੇਊ ਦਾ ਵੀ ਮਤਲਬ ਸਮਝਾਂਗੇ। ਕਿਰਪਾਨ ਦੋ ਸ਼ਬਦਾਂ ਨਾਲ ਬਣਿਆ, ਇੱਕ ਕਿਰਪਾ, ਠੀਕ ਹੈ ਜੀ। ਕਿਰਪਾ ਦਾ ਕੀ ਮਤਲਬ ਹੈ? ਪਿਆਰ, ਕੰਪੈਸ਼ਨ, ਤੇ ਇੱਕ ਪਿਆਰ ਦਾ ਸ਼ਬਦ ਹੈਗਾ ਜੀ। ਤੇ ਆਣ ਕੀ ਹੁੰਦੀ ਹੈ? ਆਣ ਮਤਲਬ ਸਤਿਕਾਰ, ਠੀਕ ਹੈ ਜੀ। ਤੇ ਜਿਹੜਾ ਜਨੇਊ ਹੈ, ਜਨੇਊ ਤਿੰਨ ਹਿੰਦੂ ਧਰਮਾਂ ਦੇ ਦੇਵੀਆਂ ਨੂੰ ਰਿਪਰੈਜ਼ੈਂਟ ਕਰਦਾ। ਸਰਸਵਤੀ ਦੇਵੀ ਜੀ ਨੂੰ ਕਰਦਾ, ਤੇ ਲక్ష్ਮੀ ਦੇਵੀ ਜੀ ਨੂੰ ਕਰਦਾ, ਤੇ ਪਾਰਵਤੀ ਦੇਵੀ ਜੀ ਨੂੰ ਕਰਦਾ। ਤੇ ਉਹਦੇ ਕਈ ਧਾਰਮਿਕ ਬਿਲੀਫਸ ਹੈਗੇ ਆ, ਤੇ ਉਹਨਾਂ ਨੂੰ ਹਿੰਦੂ ਧਰਮ 'ਚ ਮੰਨਦੇ ਹੈਗੇ ਆ ਕਿ ਇਹ ਸਮਾਜ ਨੂੰ ਸੁਰੱਖਿਅਤ ਰੱਖਦਾ ਤੇ ਇਹਦੇ ਨਾਲ ਮੋਕਸ਼ਾ ਦੀ ਪ੍ਰਾਪਤੀ ਵੀ ਹੁੰਦੀ ਹੈ। ਸੋ ਦੋਨੋਂ ਧਰਮਾਂ ਦੀ ਗੱਲ ਬਿਲਕੁਲ ਠੀਕ ਹੈਗੀ ਹੈ। ਕੋਈ ਧਰਮਾਂ 'ਚ ਬਿਲਕੁਲ ਵੀ ਧਾਰਮਿਕ ਨਿਸ਼ਾਨੀਆਂ ਤੇ ਤੁਲਨਾ ਨਹੀਂ ਹੋਈ। ਗੱਲ ਹੈਗੀ ਹੈ ਸੰਵਿਧਾਨ ਦੀ। ਸੰਵਿਧਾਨ ਦਾ ਜਿਹੜਾ ਧਾਰਾ 15 ਹੈਗਾ, ਆਰਟੀਕਲ 15, ਉਹ ਕਹਿੰਦਾ ਕਿ ਸੰਵਿਧਾਨ ਦੇ ਅੱਗੇ, ਕਾਨੂੰਨ ਦੇ ਅੱਗੇ ਹਰੇਕ ਇਨਸਾਨ ਬਰਾਬਰ ਹੈਗਾ। ਇਹਦਾ ਇਹ ਮਤਲਬ ਹੈ ਕਿ ਜਿਹੜੇ ਮਰਜ਼ੀ ਧਰਮ ਦੇ ਹੋਵੋ, ਤੁਸੀਂ ਸਿੱਖ ਹੋਵੋ ਜਾਂ ਤੁਸੀਂ ਈਸਾਈ ਹਿੰਦੂ ਧਰਮ ਦੇ ਹੋਵੋ, ਮੁਸਲਮਾਨ ਹੋਵੋ, ਤੁਸੀਂ ਸਾਰੇ ਜਾਤ ਪਾਤ ਮਜ਼ਹਬਾਂ ਨੂੰ ਛੱਡ ਕੇ ਤੁਸੀਂ ਸਾਰੇ ਬਰਾਬਰ ਹੋ। ਸੋ ਇਹਦਾ ਇਹ ਮਤਲਬ ਹੈ ਕਿ ਹਿੰਦੂ ਧਰਮ ਦੀ ਧਾਰਮਿਕ ਨਿਸ਼ਾਨੀਆਂ ਤੇ ਸਿੱਖ ਧਰਮ ਦੀ ਧਾਰਮਿਕ ਨਿਸ਼ਾਨੀਆਂ ਕਾਨੂੰਨ ਅੱਗੇ ਬਰਾਬਰਤਾ ਨਾਲ ਦੇਖੀ ਜਾਣਗੀਆਂ। ਜਿਹੜੇ ਸੰਵਿਧਾਨ ਦੀ ਆਰਟੀਕਲ 25 ਹੈ, ਧਾਰਾ 25, ਉਹ ਕਹਿੰਦੀ ਹੈ, ਇਹ ਚੀਜ਼ ਮੈਂ ਗਰੇਵਾਲ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਹਨੂੰ ਨੋਟ ਕਰਿਓ ਜੀ। ਉਹ ਕਹਿੰਦੀ ਹੈ ਕਿ a Sikh can wear his kirpan and hold his kirpan, ਮਤਲਬ ਇੱਕ ਸਿੱਖ ਆਪ ਦੀ ਕਿਰਪਾਨ ਪਾ ਵੀ ਸਕਦਾ ਤੇ ਰੱਖ ਵੀ ਸਕਦਾ। ਹੁਣ ਜਿਹੜਾ ਵੀ ਸਿੱਖ ਜੀ ਇੱਕ 에ਅਰਕ੍ਰਾਫਟ 'ਚ ਜਾਂ ਹੋਰ ਕਿਤੇ ਵੀ ਕਿਰਪਾਨ ਨੂੰ ਕਿਸੇ ਗਲਤ ਕੰਮ ਲਈ ਪ੍ਰਯੋਗ ਕਰੂਗਾ ਜਾਂ ਕਿਰਪਾਨ ਨਾਲ ਅੱਤਵਾਦ ਜਾਂ ਅੱਤਵਾਦੀ ਗਤੀਵਿਧੀ ਦਾ ਕੋਈ ਕੰਮ ਕਰੂਗਾ, ਫਿਰ ਉਹ ਧਰਮ ਦੀ ਬੇਅਦਬੀ ਕਰਦਾ। ਕੋਈ ਕਿਤੇ ਵੀ ਸਾਡੇ ਗੁਰੂ ਸਾਹਿਬਾਨਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਨੇ 5 ਕਗਾਰਾਂ ਦਿੱਤੀਆਂ ਸੀਗੀਆਂ ਸਿੱਖਾਂ ਨੂੰ, ਇਹ ਕਿਤੇ ਨਹੀਂ ਆਖਿਆ ਕਿ ਅਸੀਂ ਹਿੰਸਕ ਹੋਣ ਵਾਸਤੇ ਜਾਂ ਕਿਸੇ ਗਲਤ ਕੰਮ ਵਾਸਤੇ ਇਹਦਾ ਪ੍ਰਯੋਗ ਕਰਨਾ ਹੈ। ਤੇ ਮੈਂ ਸਮਝਦਾ ਕਿ ਜਿਹੜੀ ਅੱਜ ਦੀ ਦਿੱਲੀ ਦੀ ਹਕੂਮਤ ਹੈ, ਉਹ ਸਿੱਖਾਂ ਨੂੰ ਭੜਕਾਉਣ ਵਾਸਤੇ ਕੋਈ ਕਸਰ ਛੱਡ ਨਹੀਂ ਰਹੀ ਬਿਲਕੁਲ ਵੀ। ਤੇ ਇਹ ਚੀਜ਼ SGPC ਨੂੰ ਵੀ ਸਮਝਣੀ ਚਾਹੀਦੀ ਹੈ
ਜਿਹਦੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨੂੰ ਇੱਕ ਹੋਰ ਧਰਮ ਨਾਲ ਕੰਪੇਅਰ ਕਰਕੇ ਸਮਝਾਇਆ, ਜੇ ਕਿਸੇ ਵੀ ਧਰਮ ਦਾ ਕੋਈ ਗਲਤ ਬੰਦਾ ਹੋਵੇ, ਜਿਹੜਾ ਕੋਈ ਗਲਤ ਕੰਮ ਕਰਨਾ ਹੋਵੇ, ਫਿਰ ਉਹ ਅੱਤਵਾਦੀ ਗਤੀਵਿਧੀ ਜੇ ਵਰਤਦਾ ਹੈ ਤੇ ਫਿਰ ਉਹ ਚਾਈਨੀਜ਼ ਡੋਰ ਨਾਲ ਵੀ ਵਰਤੀ ਜਾ ਸਕਦੀ ਹੈ। ਜੇ ਮੰਨ ਲਓ ਕਿ ਇੱਕ ਬੰਦਾ 에ਅਰਕ੍ਰਾਫਟ 'ਚ ਕੁਝ ਗਲਤ ਕਰਨਾ ਚਾਹੁੰਦਾ ਤੇ ਉਹ ਹਿੰਦੂ ਧਰਮ ਦੇ ਜਨੇਊ ਨੂੰ ਗਲਤ ਤਰੀਕੇ ਨਾਲ ਪਾ ਕੇ ਜੇ ਚਾਈਨੀਜ਼ ਡੋਰ ਦੀ ਪਾ ਲੂਗਾ ਤੇ ਉਹਦੇ ਨਾਲ ਉਹੋ ਜਿਹੀ ਕੋਈ ਘਟਨਾ ਕਰ ਸਕਦਾ, ਜਿਹਦੇ ਨਾਲ ਜਦੋਂ ਜਹਾਜ਼ ਹਵਾਈ ਹੁੰਦਾ ਤੇ ਉਹਦੇ 'ਚ ਫਿਰ ਉਹ ਜਹਾਜ਼ ਨੂੰ ਹਾਈਜੈਕ ਜਾਂ ਕੁਝ ਜੋ ਵੀ ਇਹ ਕਹਿੰਦੇ ਨੇ। ਤੁਸੀਂ ਬਹੁਤ ਤਫਸੀਲ ਨਾਲ ਗੱਲ ਰੱਖੀ ਹੈ। ਮੈਂ ਸੰਧੂ ਸਾਹਿਬ, ਮੈਂ ਬਹੁਤ ਸਿੱਧਾ ਪੁਆਇੰਟ ਦੇ ਉੱਤੇ ਆ ਰਿਹਾ। ਦੇਖੋ, ਜਿਹੜੀਆਂ ਧਾਰਮਿਕ ਚੀਜ਼ਾਂ ਨੇ ਜਾਂ ਧਾਰਮਿਕ ਜੋ ਸਾਡੇ ਚਿੰਨ੍ਹ ਨੇ, ਉਹਨਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਕਰ ਰਿਹਾ, ਉਹ ਚਾਹੇ ਜਨੇਊ ਹੋਵੇ ਜਾਂ ਕਿਰਪਾਨ ਹੋਵੇ। ਪੁਆਇੰਟ ਇਹ ਕਿ ਤੁਲਨਾ ਕਰਨ ਦੀ ਜ਼ਰੂਰਤ ਕੀ ਹੈ। ਜਦੋਂ ਆਪਾਂ ਬਿਲਕੁਲ ਭਾਈਚਾਰਕ ਸਾਂਝ ਦਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜ਼ਿਕਰ ਕਰਦੇ ਹਾਂ, ਤਾਂ ਫਿਰ ਉੱਥੇ ਜ਼ਰੂਰਤ ਕਿਉਂ ਪੈ ਗਈ ਕਿ ਆਪਾਂ ਕਿਸੇ ਧਰਮ ਦਾ ਜ਼ਿਕਰ ਕਰ ਦਈਏ? ਆਪਾਂ ਕਿਉਂ ਕਿਸੇ ਧਰਮ ਦਾ ਜ਼ਿਕਰ ਕਰ ਰਹੇ ਹੋ ਕਿ ਫਿਰ ਜਨੇਊ ਵੀ ਨਹੀਂ, ਜੇ ਕਿਰਪਾਨ ਨਹੀਂ ਤਾਂ ਜਨੇਊ ਵੀ ਨਹੀਂ, ਤਾਂ ਤੁਸੀਂ ਟਾਰਗੇਟ ਕਰ ਰਹੇ ਹੋ ਇੱਕ ਤਰੀਕੇ ਨਾਲ ਇੱਕ ਵਿਸ਼ੇਸ਼ ਧਰਮ ਨੂੰ। ਕਿਉਂਕਿ ਸਾਡੇ ਦੇਸ਼ ਦੇ ਕਾਨੂੰਨ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਕਿਉਂਕਿ ਜੇ ਤਾਂ ਦੇਖੋ, ਤੁਸੀਂ ਹੈਜ਼ਰਡਸ ਆਈਟਮਸ ਨੂੰ ਦੇਖਣਾ ਹੈ, ਤੁਸੀਂ ਇਹੋ ਜਿਹੇ ਧਾਰਮਿਕ ਨਿਸ਼ਾਨੀਆਂ ਨੂੰ ਤੁਸੀਂ ਅੱਤਵਾਦੀ ਨਾਲ ਜੋੜਨਾ ਹੈ, ਜਾਂ ਤੁਸੀਂ ਕਹਿ ਦੇਣਾ ਕਿ ਫਲਾਈਟਸ 'ਚ ਸੇਫ ਨਹੀਂ ਹੈਗਾ, ਫਿਰ ਤਾਂ ਇਹ ਸਾਰੇ ਧਾਰਮਿਕ ਨਿਸ਼ਾਨਾਂ ਤੇ ਲਾਗੂ ਹੋਣਾ ਚਾਹੀਦਾ ਹੈ। ਹਰ ਅਦਾਲਤ 'ਚ ਸਿੱਖਾਂ ਦੀ ਧਰਮ ਦੀ ਬੇਅਦਬੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਇਹਦੀ ਤੁਲਨਾ ਇਹ ਸਮਝਾਉਣ ਵਾਸਤੇ ਕਰਦੇ ਆ ਕਿ ਸਾਰੇ ਧਰਮਾਂ ਨੂੰ ਜੇ ਧਾਰਾ 15 ਬਰਾਬਰਤਾ ਨਾਲ ਦੇਖਦਾ ਤੇ ਫਿਰ ਸਿੱਖਾਂ ਤੇ ਇਹ ਚੀਜ਼ ਕਿਉਂ ਲਾਗੂ ਹੁੰਦੀ ਹੈ। ਹੁਣ ਮੈਂ ਪਹਿਲਾਂ ਤੁਹਾਡੀ ਗੱਲ ਸੁਣ ਰਿਹਾ ਸੀਗਾ ਜੀ, ਤੁਸੀਂ ਕਹਿੰਦੇ ਸੀਗੇ ਕਿ ਇਹਦੀ ਤੁਲਨਾ ਕਰਨ ਦੀ ਕੀ ਲੋੜ ਸੀਗੀ, ਠੀਕ ਹੈ ਜੀ, ਜਾਂ ਇਹਦੀ ਕਿ ਇਹਦਾ ਜੇ ਜਵਾਬ ਦੇਣਾ ਸੀਗਾ ਫਿਰ ਅਦਾਲਤ 'ਚ ਜਾ ਕੇ ਇਹਦਾ ਜਵਾਬ ਦਿੰਦੇ ਤੇ ਅਦਾਲਤ 'ਚ ਇਹਦਾ ਕੇਸ ਲੜਦੇ। ਬਿਲਕੁਲ, ਸਿੱਖਾਂ ਨੂੰ ਕਿਉਂ ਉਲਝਾਈ ਰੱਖਣਾ ਅਦਾਲਤਾਂ 'ਚ? ਸਿਰਫ ਇੱਕ ਧਰਮ ਦੇ ਲੋਕਾਂ ਨੂੰ ਕਿਉਂ ਉਲਝਾ ਕੇ ਰੱਖਣਾ? ਜਦੋਂ ਤੁਹਾਡਾ ਸੰਵਿਧਾਨ ਕਹਿੰਦਾ ਹੈ ਕਿ ਇੱਕ ਸਿੱਖ ਆਪਦੀ ਕਿਰਪਾਨ ਪਾ ਸਕਦਾ ਹੈ ਤੇ ਉਹਨੂੰ ਕੈਰੀ ਵੀ ਕਰ ਸਕਦਾ ਹੈ। ਨਹੀਂ, ਪਰ ਸੰਧੂ ਸਾਹਿਬ ਦੇਖੋ, ਪੁਆਇੰਟ ਇਹ ਹੈ ਨਾ, ਤੁਸੀਂ ਬਹੁਤ ਤਫਸੀਲ ਨਾਲ ਗੱਲ ਰੱਖ ਰਹੇ ਹੋ, ਪਰ ਦੇਖੋ ਪੁਆਇੰਟ ਇਹ ਹੈ ਕਿ ਤੁਸੀਂ ਜੇ ਸਟੇਟਮੈਂਟ ਬਾਹਰ ਦੇ ਦਿੱਤੀ ਤਾਂ ਫਿਰ ਅਦਾਲਤ ਉਸ ਨੂੰ ਸਮਝ ਥੋੜੀ ਲਏਗੀ ਕਿ ਠੀਕ ਹੈ, ਮਾਨ ਸਾਹਿਬ ਨੇ ਕਿਸੇ ਥਾਂ ਦੇ ਉੱਤੇ ਸਟੇਟਮੈਂਟ ਦੇ ਦਿੱਤੀ। ਅਦਾਲਤ 'ਚ ਤਾਂ ਫਿਰ ਵੀ ਜਾ ਕੇ ਕਿਸੇ ਨਾ ਕਿਸੇ ਨੂੰ ਕੋਈ ਪੱਖ ਰੱਖਣਾ ਹੀ ਪੈਣਾ ਹੈ ਕਿ ਇਹਦੇ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਲਝਾਇਆ ਹੋਇਆ ਹੈ, ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ, ਇਸ ਸਟੇਟਮੈਂਟ ਦੇ ਨਾਲ ਕੁਝ ਸੁਲਝ ਨਹੀਂ ਰਿਹਾ। ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਜੀ ਅਦਾਲਤ 'ਚ ਦਿੱਲੀ ਦੀ ਹਾਈ ਕੋਰਟ 'ਚ ਪਹੁੰਚਿਆ ਕਿਵੇਂ? ਕਿਉਂਕਿ ਸੁਪਰੀਮ ਕੋਰਟ ਦੀ ਅਦਾਲਤ ਨੇ ਇਹਨੂੰ ਰਿਜੈਕਟ ਕਰਤਾ ਸੀਗਾ ਇਸ ਪਟੀਸ਼ਨ। ਮੇਰੇ ਖਿਆਲ ਇਹਨਾਂ ਦੇ ਪਟੀਸ਼ਨਰ ਹੈਗੇ ਆ ਹਿੰਦੂ ਸੇਨਾ। ਜੇ ਤਾਂ ਮਾਨ ਸਾਹਿਬ ਨੇ ਕੋਈ ਪਟੀਸ਼ਨ ਪਾਈ ਹੋਵੇ ਅਦਾਲਤ 'ਚ ਕਿ ਹਿੰਦੂ ਧਰਮ ਦੇ ਧਾਰਮਿਕ ਨਿਸ਼ਾਨੀਆਂ ਨੂੰ ਉਹ ਗਲਤ ਕਹਿ ਰਹੇ ਨੇ ਅਦਾਲਤ 'ਚ ਤੇ ਹਿੰਦੂ ਧਰਮ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ, ਫਿਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਫਿਰ ਇਹ ਭੜਕਾਊ ਚੀਜ਼ ਹੈ। ਪਰ ਜਦੋਂ ਸਿੱਖਾਂ ਨੇ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾਂ ਸਾਡੀ ਪਾਰਟੀ ਨੇ ਕਦੀ ਵੀ ਭੜਕਾਉਣ ਦੀ ਕੀਤੀ ਨਹੀਂ ਸ਼ੁਰੂਆਤ, ਬਿਲਕੁਲ ਵੀ। ਇਹ ਜ਼ਰੂਰੀ ਥੋੜੀ ਨਾ ਹੈਗਾ ਕਿ ਐਂਡ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ, ਇਹਦੇ 'ਚ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਇਹ ਰਿਜੈਕਟ ਕਰਤਾ ਕਿ ਇਹਨੂੰ ਸੁਣਨਾ ਹੀ ਨਹੀਂ ਅਸੀਂ ਕੇਸ ਨੂੰ, ਤੇ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਫੇਰ ਵੀ ਜਾ ਕੇ ਇਹਦੀ ਸੁਣਵਾਈ ਕਰਾਉਣੀ ਹੈ, ਸੁਪਰੀਮ ਕੋਰਟ ਨੇ ਕਿਹਾ ਤੁਸੀਂ ਹਾਈ ਕੋਰਟ 'ਚ ਜਾ ਕੇ ਕੋਸ਼ਿਸ਼ ਕਰ ਲਓ। ਤੇ ਹਾਈ ਕੋਰਟ ਦੇ ਵੀ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਰਗੀ ਗਿਆਨ ਹੋਣੀ ਚਾਹੀਦੀ, ਅਕਲ ਹੋਣੀ ਚਾਹੀਦੀ ਹੈ ਕਿ ਇਹੋ ਜਿਹੇ ਕੇਸਿਸ ਨੂੰ ਨਾਲ ਦੀ ਨਾਲ ਰਿਜੈਕਟ ਕੀਤਾ ਜਾਵੇ। ਜੇ ਤੁਸੀਂ ਦੇਸ਼ ਦੀ ਭਾਈਚਾਰਕ ਸਾਂਝ ਰੱਖਣਾ ਚਾਹੁੰਦੇ ਹੋ, ਇਸ ਦੇਸ਼ ਦਾ ਜਿਹੜਾ ਕਾਮਨ ਇੰਸਟੀਟਿਊਸ਼ਨ ਹੈ ਉਹ ਤਾਂ ਅਦਾਲਤਾਂ ਹੈਗੀਆਂ ਨਾ। ਅਸੀਂ ਤਾਂ ਨਹੀਂ ਕਾਮਨ, ਅਸੀਂ ਹਿੰਦੂ ਧਰਮ ਵਾਸਤੇ ਜਾਂ ਸਿੱਖ ਧਰਮ ਵਾਸਤੇ ਸਾਡੀ ਪਾਰਟੀ ਤਾਂ ਨਹੀਂ ਫੈਸਲਾ ਕਰ ਸਕਦੀ, ਕਾਨੂੰਨ ਹੀ ਫੈਸਲਾ ਕਰੂਗਾ। ਤੁਸੀਂ ਬਹੁਤ ਡਿਟੇਲ, ਮੇਰਾ ਤਾਂ ਪੁਆਇੰਟ ਇਹ ਵੀ ਹੈ ਕਿਉਂਕਿ ਤੁਸੀਂ ਅਦਾਲਤਾਂ ਤੇ ਵੀ ਕਈ ਵਾਰੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਸਵਾਲ ਚੁੱਕ ਦਿੰਦੇ ਨੇ। ਅੱਜ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਠੀਕ ਕਹਿ ਰਹੇ ਹੋ ਕਿ ਠੀਕ ਹੈ, ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਇਹ ਪਟੀਸ਼ਨ ਦੇ ਉੱਤੇ ਅਸੀਂ ਨਹੀਂ ਸੁਣਵਾਈ ਕਰਨੀ, ਜੇ ਗੱਲ ਕਰਨੀ ਹੈ ਤਾਂ ਹੇਠਲੀ ਅਦਾਲਤ 'ਚ ਜਾਓ। ਜਿਹੜੀ ਚੀਜ਼ ਠੀਕ ਹੈ ਉਹ ਚੀਜ਼ ਠੀਕ ਹੈ ਜੀ। ਜਿਹੜੀ ਚੀਜ਼ ਬਿਲਕੁਲ ਇੱਕ ਦੋਖਲ ਜਾਂ ਕੇਸ ਹੋਵੇ, ਗਲਤ ਕੇਸ ਹੋਵੇ, ਜਿਹਦੇ ਨਾਲ ਚਲੋ ਮੈਨੂੰ ਥੋੜਾ ਜਿਹਾ ਟਾਈਮ ਦਿਵੋ, ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ। ਤੁਸੀਂ ਬਹੁਤ ਡਿਟੇਲ ਦੇ ਵਿੱਚ ਆਪਣੀ ਗੱਲ ਰੱਖੀ ਹੈ। ਜੈਬੰਸ਼ ਜੀ ਔਰ ਵਿਜੇ ਭਾਰਦਵਾਜ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਭਾਰਦਵਾਜ ਸਾਹਿਬ, ਮੈਂ ਜੈਬੰਸ਼ ਜੀ ਤੁਹਾਡੇ ਕੋਲ ਆਊਂਗਾ। ਭਾਰਦਵਾਜ ਸਾਹਿਬ, ਇਤਰਾਜ਼ ਕਿਉਂ ਹੈ ਇਸ ਦੇ ਉੱਪਰ? ਕਿਹੜੀ ਗੱਲ ਦੇ ਉੱਤੇ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਇਤਰਾਜ਼ ਹੈ?
ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਵਿੱਚ ਇਤਰਾਜ਼ਯੋਗ ਸਿਰਫ ਗੱਲ ਇਸ ਕਰਕੇ ਹੈ ਕਿ ਇਹਦੀ ਜਿਹੜੀ ਮਾਨਸਿਕਤਾ ਸਿਮਰਜੀਤ ਸਿੰਘ ਮਾਨ ਦੀ, ਇਹ ਹਿੰਦੂਆਂ ਨਾਲ ਨਫ਼ਰਤ ਕਰਦਾ। ਹਰ ਗੱਲ ਦੇ ਵਿੱਚ ਹਿੰਦੂਆਂ ਨੂੰ ਵਿੱਚ ਲੈ ਕੇ ਆ ਜਾਣਾ, ਹਿੰਦੂਆਂ ਨਾਲ ਤੁਲਨਾ ਕਰਨੀ, ਭਾਰਤ ਦੇਸ਼ ਦੇ ਖਿਲਾਫ ਇਹਨੇ ਬੋਲਣਾ ਹੈ, ਭਾਰਤ ਦੇ ਝੰਡੇ ਦੇ ਖਿਲਾਫ ਇਹਨੇ ਬੋਲਣਾ ਹੈ, ਭਾਰਤ ਦੇ ਝੰਡੇ ਦੀ ਇਹਨੇ ਬੇਦ ਵੀ ਕਰਨੀ ਹੈ। ਔਰ ਉਸੇ ਤਰੀਕੇ ਦੇ ਨਾਲ ਹਿੰਦੂਆਂ ਦੇ ਜਿਹੜੇ ਪ੍ਰਤੀਕ ਹੈ, ਜਿੱਦਾਂ ਜਨੇਊ ਹੈ, ਜਨੇਊ ਜਿਸ ਤਰੀਕੇ ਦੇ ਨਾਲ ਹਰ ਸਿੱਖ ਗਾਤਰਾ ਨਹੀਂ ਪਾਉਂਦਾ, ਹਰ ਹਿੰਦੂ ਜਨੇਊ ਨਹੀਂ ਪਾਉਂਦਾ, ਬੜੇ ਇਹ ਧਾਰਮਿਕ ਅਨੁਸ਼ਠਾਨ ਦੇ ਨਾਲ ਇਹਦਾ ਸੰਸਕਾਰ ਜਿਹੜਾ ਕੀਤਾ ਜਾਂਦਾ ਹੈ। ਪਰ ਜਿਹੜੀ ਗੱਲ ਸਿਮਰਜੀਤ ਸਿੰਘ ਮਾਨ ਦੀ ਕੀਤੀ ਗਈ ਹੈ ਵੀ ਜੇ ਅਸੀਂ ਕਿਰਪਾਨ ਦਾ ਜਿਹੜੇ ਹੁਣੀ ਭਾਈ ਸਾਹਿਬ ਗੱਲ ਸੰਧੂ ਸਾਹਿਬ ਗੱਲ ਕਰਦੇ ਪਏ ਸੀਗੇ, ਜੇ ਸਾਨੂੰ ਸੰਵਿਧਾਨ ਨੇ ਇਹਦੀ ਇਜਾਜ਼ਤ ਦਿੱਤੀ ਗਈ ਹੈ ਕਿਰਪਾਨ ਪਾਉਣ ਦੀ ਨਹੀਂ ਹੈ, ਉਹ ਹੈ ਗਾਤਰਾ ਪਾਉਣ ਦੀ। ਉਹਦੀ ਵੀ ਉਹਨਾਂ ਨੇ ਇੱਕ ਲੈਂਥ ਦੱਸੀ ਹੋਈ ਹੈ ਵੀ 6 ਇੰਚ ਦੀ ਲੈਂਥ ਹੋਣੀ ਚਾਹੀਦੀ ਹੈ ਔਰ ਵੱਧ ਤੋਂ ਵੱਧ ਉਹਦਾ ਜਿਹੜਾ ਉੱਪਰ ਮਿਆਨ ਜਿਹੜੀ ਹੈ ਉਹਦੀ ਪਾ ਕੇ 9 ਇੰਚ ਦੇ ਕਰੀਬ ਉਹਦੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਕਿਰਪਾਨਾਂ ਦੀ ਗੱਲ ਕਰੋ, ਹੁਣੀ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਕੁਝ ਨਿਹੰਗਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਦੇ ਆਫੀਸਰ ਦਾ ਹੱਥ ਵੜਤਾ। ਜਿਸ ਤਰ੍ਹਾਂ ਇਹ ਵਾਇਲੈਂਟ, ਜਿਸ ਤਰੀਕੇ ਨਾਲ ਕਿਰਪਾਨਾਂ ਦੀ ਗੱਲ ਚੱਲਦੀ ਪਈ ਹੈ, ਕਿਰਪਾਨ ਦੇ ਨਾਲ ਹਿੰਸਾ ਫੈਲਦੀ ਹੈ। ਅਸੀਂ ਇਹ ਕਹਿੰਦੇ ਹਾਂ ਕੱਲੀ ਸਿੱਖਾਂ ਦੀ ਮਨੋਤੀ ਨਹੀਂ ਹੈ ਕਿਰਪਾਨ ਪਾਣਾ, ਹਿੰਦੂ ਵੀ ਕਿਰਪਾਨ ਵਾਲੇ ਹੈ। ਰਾਜਪੂਤਾਂ ਦੇ ਬੜਾ ਵੱਡਾ ਇਤਿਹਾਸ ਰਿਹਾ ਆਪਣੇ ਨਾਲ ਕਿਰਪਾਨ ਰੱਖਣ ਦਾ। ਜੇ ਇਸ ਤਰੀਕੇ ਦੇ ਨਾਲ ਸਮਾਜ ਦਾ ਹਰ ਬੰਦਾ ਕਿਰਪਾਨਾਂ ਲੈ ਕੇ, ਜਿਹੜੀਆਂ ਲੰਬੀਆਂ ਕਿਰਪਾਨਾਂ ਤਲਵਾਰਾਂ ਲੈ ਕੇ ਚੱਲਣਾ ਸ਼ੁਰੂ ਕਰ ਦੇਗਾ ਤੇ ਸਮਾਜ ਦੇ ਵਾਸਤੇ ਬੜਾ ਖਤਰਨਾਕ ਹੈ। ਅਸੀਂ ਜਿਹੜੀ ਆ ਪਟੀਸ਼ਨ ਜਿਹੜੀ ਪਾਈ ਹੈ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਗਾਤਰਾ, ਗਾਤਰੇ ਨੂੰ ਪੂਰੀ ਇਜਾਜ਼ਤ ਹੈ, ਕੋਈ ਵੀ ਸਿੱਖ ਗਾਤਰਾ ਪਾ ਕੇ ਜਾ ਸਕਦਾ। ਇਹ ਪਰ ਜਿਹੜੀ ਤੁਲਨਾ ਕੀਤੀ ਗਈ ਹੈ ਜਨੇਊ ਦੇ ਨਾਲ, ਇਹ ਸਿਮਰਜੀਤ ਸਿੰਘ ਮਾਨ ਅਨਪੜ੍ਹ ਬੰਦਿਆਂ ਵਾਲੀ ਗੱਲ ਕਰਦਾ ਪਿਆ, ਪੜ੍ਹਿਆ ਲਿਖਿਆ ਬੰਦਾ ਹੋ ਕੇ ਵੀ ਅਨਪੜ੍ਹ ਬੰਦੇ ਦੀ ਗੱਲ ਕਰਦਾ ਪਿਆ। ਇਹ ਜਨੇਊ ਇੱਕ ਬਹੁਤ ਹੀ ਛੋਟੇ ਦਾ ਧਾਗਾ ਹੁੰਦਾ, ਥ੍ਰੈਡ, ਹਲਕੀ ਜੀ ਥ੍ਰੈਡ ਹੁੰਦੀ ਹੈ। ਇਹ ਬੇਵਕੂਫ ਆਦਮੀ ਉਹਨੂੰ ਇੱਕ ਰੱਸੇ ਦੇ ਨਾਲ ਤੁਲਨਾ ਕਰਦਾ ਪਿਆ ਵੀ ਉਹਦੇ ਨਾਲ ਫਾਂਸੀ ਦਿੱਤੀ ਜਾ ਸਕਦੀ ਹੈ। ਬੜੀ ਸ਼ਰਮ ਦੀ ਗੱਲ ਹੈ ਵੀ ਸਾਡੇ ਹਿੰਦੂਆਂ ਦੇ ਨਾਲ ਇੰਨੀ ਨਫ਼ਰਤ ਕਰਨੀ, ਇਹ ਮੇਰੇ ਖਿਆਲ ਦੇ ਵਾਸਤੇ ਕਿਸੇ ਵਾਸਤੇ ਚੰਗੀ ਗੱਲ ਨਹੀਂ ਹੈ। ਮੈਂ ਹੁਣੀ ਭਾਈ ਸਾਹਿਬ, ਮੈਂ ਇੱਕ ਜਵਾਬ ਲੈ ਲਵਾਂ ਜੈਬੰਸ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਂ ਭਾਰਦਵਾਜ ਜੀ ਇੱਕ ਜਵਾਬ ਲੈ ਲਵਾਂ ਜੀ, ਮੈਂ ਉਹਨਾਂ ਤੋਂ ਹੀ ਜਵਾਬ ਲੈ ਲਵਾਂ ਇੱਕ। ਜੈਬੰਸ ਜੀ ਮੈਂ ਤੁਹਾਡੇ ਕੋਲ ਆਉਂਗਾ, ਪਰ ਸੰਧੂ ਸਾਹਿਬ ਉਸ ਤੋਂ ਪਹਿਲਾਂ ਤੁਹਾਡਾ ਇੱਕ ਰਿਐਕਸ਼ਨ ਜ਼ਰੂਰੀ ਹੈ। ਕਹਿੰਦੇ ਸਟੇਟਮੈਂਟ, ਹਿੰਦੂ ਆਗੂ ਬੈਠੇ ਨੇ, ਉਹ ਕਹਿ ਰਹੇ ਕਿ ਸਟੇਟਮੈਂਟ ਦੱਸਦੀ ਹੈ ਕਿ ਨਫ਼ਰਤ ਹੈ। ਪਰ ਦੇਖੋ ਐਮਪੀ ਨੇ, ਉਹਨਾਂ ਨੂੰ ਰਿਪਰੈਜ਼ੈਂਟ ਤਾਂ ਸਾਰਿਆਂ ਨੂੰ ਕਰਨਾ ਨਾ। ਉਹਨਾਂ ਨੇ ਸੰਗਰੂਰ ਦੇ ਵਿੱਚ ਹਰ ਤਰ੍ਹਾਂ ਦੇ, ਹਰ ਧਰਮ ਦੇ ਨਾਲ ਜੁੜੇ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਸੰਵਿਧਾਨਿਕ ਅਹੁਦਾ ਉਹਨਾਂ ਦੇ ਕੋਲ। ਪਹਿਲੀ ਗੱਲ ਤਾਂ ਜੀ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਹਿੰਦਾ ਕਿ ਤੁਸੀਂ ਇਹ ਆਗੂ ਸਾਹਿਬਾਨ ਦੀ ਤੁਸੀਂ ਗੱਲ ਸੁਣੋ ਧਿਆਨ ਨਾਲ, ਤੇ ਕਿਵੇਂ ਇਹ ਦੋਨੋਂ ਧਰਮਾਂ ਨੂੰ ਵੰਡਣ ਦੀ ਗੱਲ ਕਰ ਰਹੇ ਨੇ ਕਿ ਸਿੱਖਾਂ ਦੀ ਪਾਨ ਬਹੁਤ ਖਤਰਨਾਕ ਹੈਗੀ ਹੈ। ਨਿਹੰਗ ਸਿੰਘਾਂ ਨੇ ਹੱਥ ਵੱਢਿਆ ਸੀਗਾ, ਜਿਨ੍ਹਾਂ ਨੇ ਹੱਥ ਵੱਢਿਆ ਸੀਗਾ ਉਹਨਾਂ ਨੇ ਬਿਲਕੁਲ ਗਲਤ ਕੀਤਾ। ਇਹ ਕੋਈ ਐਂਡ ਸ਼ਰਾਰਤੀ ਬੰਦੇ ਹਰੇਕ ਜੀ ਕਿਤੇ ਵੀ ਹੋ ਸਕਦੇ ਨੇ ਜੀ। ਸ਼ਰਾਰਤ ਨੂੰ ਜਾਂ ਹਿੰਸਕ ਹੋਣਾ ਸਾਡੀ ਪਾਰਟੀ ਨੇ, ਸਿਮਰਜੀਤ ਸਿੰਘ ਮਾਨ ਨੇ ਅੱਜ ਤੱਕ ਕਦੀ ਵੀ ਪ੍ਰਵੋਕ ਨਹੀਂ ਕੀਤਾ, ਨਾ ਉਹਨੂੰ ਪ੍ਰਮੋਟ ਕੀਤਾ ਹੋਵੇ ਕਿ ਤੁਸੀਂ ਜੀ ਚੰਗਾ ਕੰਮ ਕਰ ਰਹੇ ਹੋ ਹਿੰਸਕ ਹੋ ਕੇ। ਠੀਕ ਹੈ ਜੀ। ਦੂਜੀ ਚੀਜ਼ 6 ਇੰਚ ਦੀ ਜਾਂ 9 ਇੰਚ ਦੀ ਤਾਂ ਗੱਲ ਇਸ ਪਟੀਸ਼ਨ 'ਚ ਹੈਗੀ ਨਹੀਂ ਬਿਲਕੁਲ ਵੀ। ਇੱਥੇ ਤਾਂ ਸਿੱਧੀ ਤੇ ਸਿੱਧੀ ਗੱਲ ਕਿਰਪਾਨ ਦੀ ਹੈ। ਜਿੰਨੇ ਵਿਰੋਧ ਕਰ ਰਹੇ ਹੋ, ਕਹਿੰਦੇ ਅਸੀਂ ਪਟੀਸ਼ਨ ਦਾ ਤਾਂ ਵਿਰੋਧ ਕਰਦੇ ਹਾਂ। ਹਾਂਜੀ ਕੀ ਕਰਦੇ ਨੇ ਜੀ? ਉਹ ਕਹਿੰਦੇ ਵਿਰੋਧ ਕਰ ਰਹੇ ਹਾਂ ਅਸੀਂ ਪਟੀਸ਼ਨ ਦਾ, AHP ਵਿਰੋਧ ਕਰਦੀ ਹੈ ਇਸ ਪਟੀਸ਼ਨ ਦਾ। ਭਾਰਦਵਾਜ ਸਾਹਿਬ ਕਹਿੰਦੇ ਕਿ ਅਸੀਂ ਵਿਰੋਧ ਕਰ ਰਹੇ ਹਾਂ ਪਟੀਸ਼ਨ ਦਾ। AHP ਕੀ ਹੈਗੀ ਹੈ ਜੀ? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਜੀ। ਅੱਛਾ ਜੀ। ਸੋ ਇਹ ਵਿਰੋਧ ਕਰ ਲੈਣ, ਕਿਉਂਕਿ ਦੇਖੋ ਇਹਨਾਂ ਕੋਲੇ ਵੀ ਰਾਈਟ ਟੂ ਪ੍ਰੋਟੈਸਟ ਹੈਗਾ ਕਾਨੂੰਨ 'ਚ। ਇਹ ਸਾਰਿਆਂ ਜਿਵੇਂ ਅਸੀਂ ਹੈਗੇ ਆ, ਉਹ ਵੀ ਹੈਗੇ ਆ, ਸਾਰੇ ਬਰਾਬਰ ਨੇ ਕਾਨੂੰਨ ਦੇ। ਸੰਧੂ ਸਾਹਿਬ ਇਹ ਤੁਹਾਡੇ ਫੇਵਰ ਦੇ ਵਿੱਚ ਵਿਰੋਧ ਕਰ ਰਹੇ ਨੇ। ਇਹ ਕਹਿ ਰਹੇ ਕਿ ਅਸੀਂ ਵਿਰੋਧ ਕਰਦੇ ਹਾਂ ਕਿ ਜਿਹੜੀ ਪਟੀਸ਼ਨ ਪਾਈ ਗਈ ਉਹ ਨਹੀਂ ਪਾਈ ਜਾਣੀ ਚਾਹੀਦੀ ਸੀ। ਜੇ ਗਾਤਰਾ ਪਾਉਣਾ ਹੱਕ ਹੈ ਸੰਵਿਧਾਨ ਦੇ ਮੁਤਾਬਿਕ, ਤਾਂ ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਇਤਰਾਜ਼ ਹੈ ਕਿ ਤੁਸੀਂ ਜਨੇਊ ਦੇ ਨਾਲ ਕਿਉਂ ਜਾ ਕੇ ਕੰਪੇਅਰ ਕਰ ਰਹੇ ਹੋ। ਮੈਂ ਤਾਂ ਇਹਨਾਂ ਤੇ ਇਹੀ ਇਤਰਾਜ਼ ਜਤਾ ਰਿਹਾ ਕਿ ਕਹਿ ਰਹੇ ਨੇ ਕਿ ਹਿੰਦੂਆਂ ਨੂੰ ਨਫ਼ਰਤ ਕਰਦੇ ਨੇ, ਤੇ ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਤਿਰੰਗੇ ਦਾ ਇਹਨਾਂ ਨੇ ਅਪਮਾਨ ਕੀਤਾ। ਤਿਰੰਗੇ ਨੂੰ ਕਹਿੰਦੇ ਕਿ ਕਿਵੇਂ, ਕੀ ਗੱਲ ਕੀਤੀ ਸੀਗੀ ਉਹਨੇ, ਇਹਨਾਂ ਨੇ ਕਿ ਤਿਰੰਗੇ ਨੂੰ ਇਹਨਾਂ ਨੇ
ਅਪਮਾਨ ਕੀਤਾ ਹੈ ਤੇ ਤਿਰੰਗੇ ਨੂੰ ਕਿਵੇਂ ਅਪਮਾਨ ਕੀਤਾ? ਇਹਨਾਂ ਨੇ ਤਾਂ ਸਿਰਫ ਸਿੱਖਾਂ ਦੇ ਕੇਸਰੀ ਝੰਡੇ ਬਾਰੇ ਗੱਲ ਕੀਤੀ ਹੈ ਤੇ ਇਹ ਕਿਹਾ ਹੈ ਕਿ ਸਿੱਖ ਆਪ ਤਾਂ ਕੇਸਰੀ ਝੰਡਾ ਲਹਿਰਾਉਣ ਤੇ ਤਿਰੰਗੇ ਬਾਰੇ ਤਾਂ ਗਲਤ ਇਹਨਾਂ ਨੇ ਮੇਰੇ ਹਿਸਾਬ ਨਾਲ ਸ਼੍ਰੀਮਾਨ ਜੀ ਉਹ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਸ ਤਿਰੰਗੇ ਨੂੰ ਮੰਨਦੇ ਨਹੀਂ ਆ, ਤਿਰੰਗੇ ਨੂੰ ਨਾ ਮੰਨਣਾ ਉਹਦਾ ਅਪਮਾਨ ਹੋਇਆ। ਇਹਨਾਂ ਨੇ ਸਿਮਰਨ ਸਿੰਘ ਮਾਨ ਨੇ ਗੱਲ ਇਹ ਕਹੀ ਹੈ ਵੀ ਅਸੀਂ ਇਸ ਭਾਰਤ ਦੇ ਝੰਡੇ ਨੂੰ ਅਸੀਂ ਮੰਨਦੇ ਹੀ ਨਹੀਂ ਹੈ। ਇਹਦਾ ਮਤਲਬ ਹੈ ਕਿ ਉਹ ਝੰਡੇ ਦਾ ਅਪਮਾਨ ਕਰਦੇ ਪਏ ਆ। ਆ ਕੁਝ ਦਿਨ ਪਹਿਲਾਂ ਜਿਸ ਦਿਨ ਹੁਣ 15 ਅਗਸਤ ਨੂੰ ਕਾਲਿਆਂ ਝੰਡਿਆਂ ਦੇ ਨਾਲ ਤੁਸੀਂ ਸਿਮਰਨ ਸਿੰਘ ਮਾਨ ਦੇ ਬੰਦਿਆਂ ਨੇ ਭੜਕਾ ਕੇ ਉੱਥੇ ਕਾਲੇ ਝੰਡਿਆਂ ਨਾਲ ਉਹਦਾ ਕੀਤਾ, ਤਿਰੰਗੇ ਦਾ ਫਿਰ ਅਪਮਾਨ ਕੀਤਾ ਉਹਨਾਂ ਨੇ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਸਾਡੀ ਪਾਰਟੀ ਵਿੱਚੋਂ ਕਿਸੇ ਨੇ ਤਿਰੰਗੇ ਦਾ ਅਪਮਾਨ ਕੀਤਾ ਜੀ। ਨਹੀਂ, ਪਰ ਸੰਧੂ ਸਾਹਿਬ ਮੈਂ ਥੋੜਾ ਜਿਹਾ ਅਪਡੇਟ ਕਰ ਦੇਣਾ। ਇੱਕ ਪ੍ਰੈਸ ਕਾਨਫਰੰਸ ਬਕਾਇਦਾ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕੀਤੀ ਗਈ ਸੀ। ਉਸ ਦੇ ਵਿੱਚ ਇੱਕ ਪੋਸਟਰ ਜਾਰੀ ਕੀਤਾ ਗਿਆ ਸੀ ਜਿਸ ਦੇ ਉੱਪਰ ਲਿਖਿਆ ਸੀ ਸੇ ਨੋ ਟੂ ਤਿਰੰਗਾ, ਸੇ ਨੋ ਟੂ ਤਿਰੰਗਾ। ਉਹ ਸਪੈਸੀਫਿਕਲੀ ਲਿਖਿਆ ਗਿਆ ਸੀ। ਅਸੀਂ ਉਸ ਦਿਨ ਉਸ ਦੇ ਉੱਤੇ ਪੂਰੀ ਚਰਚਾ ਵੀ ਕੀਤੀ ਸੀ। ਖੈਰ ਥੋੜਾ ਜਿਹਾ ਮੈਨੂੰ ਹੋਰ ਟਾਈਮ ਦਿਓ, ਬਹੁਤ ਦੇਰ ਦੇ ਜੈਮਾ ਜੀ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਦਾ ਫਸਟ ਰਿਐਕਸ਼ਨ ਵੀ ਨਹੀਂ ਲੈ ਪਾਇਆ। ਜੈਮਾ ਜੀ, ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਦੇਖੋ ਬਹੁਤ ਸਾਰੀਆਂ ਚੁਣੌਤੀਆਂ ਸਰਕਾਰਾਂ ਦੇ ਸਾਹਮਣੇ ਹੁੰਦੀਆਂ ਨੇ, ਪਰ ਕੇਂਦਰ ਦੀ ਸਰਕਾਰ ਸਿਮਰਜੀਤ ਸਿੰਘ ਮਾਨ ਦੇ ਨਿਸ਼ਾਨੇ ਦੇ ਉੱਤੇ, ਉਹਨਾਂ ਦੀ ਪਾਰਟੀ ਦੇ ਨਿਸ਼ਾਨੇ ਤੇ ਹਮੇਸ਼ਾ ਰਹਿੰਦੀ ਹੈ, ਅੱਜ ਵੀ ਹੈ। ਥੈਂਕ ਯੂ ਨਵਜੋਤ ਜੀ। ਕਿਸੇ ਵੀ ਪੋਲੀਟੀਕਲ ਪਾਰਟੀ ਦਾ ਦੂਸਰੀ ਇੱਕ ਰਾਈਵਲ ਪੋਲੀਟੀਕਲ ਪਾਰਟੀ ਦੇ ਨਿਸ਼ਾਨੇ ਦੇ ਵਿੱਚ ਰਹਿਣਾ ਤੇ ਜੀ ਆਇਆਂ ਨੂੰ, ਇਟ ਇਜ਼ ਪਾਰਟ ਆਫ ਪੋਲਿਟਿਕਸ, ਡੈਮੋਕ੍ਰੇਸੀ ਦਾ ਇਹ ਇੱਕ ਪ੍ਰਤੀਕ ਹੈਗਾ। ਪਰ ਜਿਹੜੇ ਤਰੀਕੇ ਨਾਲ ਤੁਸੀਂ ਨਿਸ਼ਾਨੇ ਦੇ ਵਿੱਚ ਰਹਿੰਦੇ ਹੋ ਉਹ ਠੀਕ ਹੋਣਾ ਚਾਹੀਦਾ ਨਾ। ਤੁਸੀਂ ਸਾਡੀਆਂ ਪਾਲਿਸੀਜ਼ ਦੀ ਨਿੰਦਾ ਕਰੋ, ਸਾਡੀ ਪਾਲਿਸੀਜ਼ ਦੇ ਬਾਰੇ ਜਿੱਥੇ ਉਹ ਗਲਤੀ ਹੈ ਉਹਦੇ ਬਾਰੇ ਤੁਸੀਂ ਦੱਸੋ, ਪਾਰਲੀਮੈਂਟ ਦੇ ਵਿੱਚ ਜਾ ਕੇ ਦੱਸੋ, ਉਹਦੇ ਤੇ ਨੋਟਸ ਕਰੋ, ਉਹਦੇ ਤੇ ਡਿਬੇਟ ਕਰੋ, ਸਾਨੂੰ ਕਿੱਥੇ ਠੀਕ ਹੋਣਾ ਚਾਹੀਦਾ, ਕਿੱਥੇ ਗਲਤ ਜਾ ਰਹੇ ਹਾਂ ਦੇ ਨੇਸ਼ਨ ਦੀ ਡਿਵੈਲਪਮੈਂਟ ਦੇ ਵਾਸਤੇ, ਉਹਦੇ ਵਾਸਤੇ ਕਰੋ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਮੇਸ਼ਾ ਕਹਿੰਦੇ ਨੇ ਕਿ ਬੜੀ ਸਟਰੋਂਗ ਆਪੋਜੀਸ਼ਨ ਹੋਣੀ ਚਾਹੀਦੀ ਹੈ, ਤਾਂ ਸਾਨੂੰ ਕੁਝ ਦੱਸੋ ਤਾਂ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ। ਤੇ ਮੇਰੇ ਪਹਿਲੇ ਬਹੁਤ ਪੜ੍ਹੇ ਲਿਖੇ ਸਾਡੇ ਆਗੂਆਂ ਨੇ ਸਾਰਿਆਂ ਨੇ ਬੋਲਿਆ, ਮੈਂ ਤੇ ਇਸ ਗੱਲ ਦੇ ਵਿੱਚ ਸਿਰਫ ਏਡਾ ਹੀ ਬੋਲਣਾ ਚਾਹਨਾ ਕਿ ਸਾਡੇ ਕੋਲ ਬਹੁਤ ਸਿਸਟਮਸ ਹੈਗੇ ਨੇ ਐਸੀਆਂ ਚੀਜ਼ਾਂ ਨੂੰ ਸੌਟ ਆਊਟ ਕਰਨ ਵਾਸਤੇ। ਅਗਰ ਕਿਸੇ ਨੇ ਉਹ ਪਾਤੀ ਹੈ, ਇੱਕ ਪਟੀਸ਼ਨ ਪਾਤੀ ਹੈ, ਤੇ ਉਹਦੇ ਵਾਸਤੇ ਲੀਗਲ, ਕਨਸਟੀਟਿਊਸ਼ਨਲ ਬਹੁਤ ਸਾਰੇ ਸਾਡੇ ਕੋਲ ਤਰੀਕੇ ਹੈਗੇ ਨੇ। ਇੱਕ ਤੇ ਭਾਈ ਸਾਹਿਬ ਬਟਵਾ ਜੀ ਨੇ ਦੱਸ ਦਿੱਤਾ ਹੈ ਕਿ ਗਾਤਰਾ ਤੇ ਕਿਰਪਾਨ ਦੇ ਬਾਰੇ ਉਹ ਸ਼ਾਇਦ ਨਾ ਸਸਟੇਨ ਹੋਏ। ਪ੍ਰੋਬਲਮ ਇਹ ਹੈਗੀ ਹੈ, ਦੇਖੋ ਅਗਰ ਕੁਝ ਕਹਿਣਾ ਸੀਗਾ ਇਹਦੇ ਬਾਰੇ ਚ ਸਰਦਾਰ ਸਿਮਰਨਜੀਤ ਮਾਨ ਨੂੰ ਐਜ਼ ਅ MP, ਤੇ ਉਹ ਸਿਰਫ ਕਿਰਪਾਨ ਗਾਤਰੇ ਦੀ ਗੱਲ ਕਰਦੇ, ਇੱਕ ਪੋਜ਼ਿਟਿਵ ਸਾਈਡ ਦੇ ਉੱਤੇ ਆਪਣੀ ਵਿਊ ਪੁਆਇੰਟ ਦਿੰਦੇ ਤੇ ਉਹਦੇ ਵਿੱਚੋਂ ਕੁਝ ਨਿਕਲਦਾ। ਉਹਦੇ ਵਿੱਚ ਇਹ ਐਡ ਕਰ ਦੇਣਾ ਕਿ ਨਹੀਂ, ਉਹਦੇ ਵਿੱਚ ਜਨਿਆਊ ਵੀ ਐਡ ਕਰ ਦੇਣਾ ਜੋ ਕਿ ਦੂਸਰਿਆਂ ਨੇ ਵੀ ਕਿਹਾ, ਇਹ ਕਿੱਥੋਂ ਦੀ ਸਮਝਦਾਰੀ ਹੈ? ਇਹ ਤੇ ਇਹ ਯੂ ਸੇ ਪੋਜ਼ਿਟਿਵ, ਤੁਸੀਂ ਆਪਣਾ ਪੁਆਇੰਟ ਆਫ ਵਿਊ ਦਿਓ। ਤੁਸੀਂ ਨੈਗੇਟਿਵ ਦੂਸਰੇ ਪਾਸੇ ਉਸ ਚੀਜ਼ ਨੂੰ ਕਾਹਦੇ ਵਾਸਤੇ ਲੈ ਕੇ ਜਾ ਰਹੇ ਹੋ? ਤੇ ਦੂਸਰਾ, ਅਗਰ ਇਹਨਾਂ ਚੀਜ਼ਾਂ ਦੇ ਬਾਰੇ ਕਿਸੇ ਨੂੰ ਕੋਈ ਰੋਸ ਪ੍ਰਗਟ ਕਰਨਾ ਹੈ ਤੇ ਉਹਦੇ ਵਾਸਤੇ SGPC ਹੈਗੀ ਹੈ, ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀਜ਼ ਹੈਗੀ ਹੈ, ਜੋ ਕਿ ਆਰਟੀਕਲਸ ਆਫ ਫੇਥ ਮਾਈਨੋਰਿਟੀਜ਼ ਦੇ ਉੱਤੇ ਬਹੁਤ ਧਿਆਨ ਦਿੰਦੀ ਹੈ। ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀਜ਼ ਉਹ ਕਹਿ ਰਹੇ ਨੇ ਕਿ ਦੇਖੋ ਸਿੱਖਾਂ ਨੂੰ ਉਲਝਾ ਕੇ ਰੱਖਣ ਦਾ ਇੱਕ ਮਕਸਦ ਹੈ, ਇਸ ਕਰਕੇ ਕੋਈ ਨਾ ਕੋਈ ਪਟੀਸ਼ਨ ਪਾਤੀ ਕਿ ਅਦਾਲਤਾਂ ਦੇ ਵਿੱਚ ਉਲਝੇ ਰਹਿਣ। ਨਹੀਂ ਤੇ ਫਿਰ ਉਹ ਮਤਲਬ ਤੁਹਾਨੂੰ ਉਹਦੇ ਨਾਲ ਗੁੱਸਾ ਚੜ ਗਿਆ ਤੇ ਤੁਸੀਂ ਜਨਿਆਊ ਨੂੰ ਅਟੈਕ ਕਰ ਦਿੱਤਾ। ਹੁਣ ਤੁਸੀਂ ਸਾਰੇ ਮਤਲਬ ਦੇਸ਼ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਯੂ ਸੀ, ਮੈਂ ਇਹ ਕਹਿ ਰਿਹਾ ਸਿਰਫ ਏਡਾ ਜਿਹਾ ਨਵਜੋਤ ਜੀ ਕਿ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਤੇ ਦੂਸਰਾ, ਜਿਹੜੀ ਮੇਨ ਕੰਮ ਹੈਗਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਐਜ਼ ਅ ਕਨਸਟੀਟਿਊਸ਼ਨਲ ਰਿਪਰੈਜ਼ੈਂਟੇਟਿਵ ਆਫ ਸੰਗਰੂਰ, ਉਹਨਾਂ ਨੂੰ ਉਹਦੇ ਉੱਤੇ ਜ਼ਿਆਦਾ ਕਨਸੈਂਟਰੇਟ ਕਰਨਾ ਚਾਹੀਦਾ ਹੈ। ਉਹਦੇ ਉੱਤੇ ਤੇ ਉਹ ਮੇਰਾ ਖਿਆਲ ਕਨਸੈਂਟਰੇਟ ਕਰ ਨਹੀਂ ਰਹੇ। ਇਸ ਵੇਲੇ ਕਿੰਨੀਆਂ ਪ੍ਰੋਬਲਮਸ ਨੇ ਪੰਜਾਬ ਦੇ ਵਿੱਚ, ਡਰੱਗਸ ਦੀ ਪ੍ਰੋਬਲਮ, ਕਨਵਰਜਨ ਦੀ ਪ੍ਰੋਬਲਮ, ਇੰਪਲੋਇਮੈਂਟ ਦੀ ਪ੍ਰੋਬਲਮ, ਜਿਨ੍ਹਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਉੱਥੇ ਲੋਕਾਂ ਨੇ ਲੈ ਕੇ ਆਏ ਨੇ, ਉਹਦੇ ਉੱਤੇ ਆਵਾਜ਼ ਚੁੱਕਣ ਵਾਸਤੇ ਉਹਨਾਂ ਨੂੰ ਲੈ ਕੇ ਆਏ ਨੇ। ਉਹਦੇ ਉੱਤੇ ਤੇ ਉਹਨਾਂ ਨੇ ਇੱਕ ਲਫ਼ਜ਼ ਨਹੀਂ ਬੋਲਿਆ ਹਜੇ ਤੱਕ। ਸੋ ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਪੰਜਾਬੀ ਸੁਸਾਇਟੀ ਨੂੰ ਏਦਾਂ ਕੰਪੈਰੀਜ਼ਨ ਕਰਕੇ ਬ੍ਰੇਕ ਕਰਨ ਦੀ ਕੋਸ਼ਿਸ਼ ਨਾ ਕਰੋ। ਉਹ ਗੱਲ ਬਿਲਕੁਲ ਸਹੀ ਕਹੀ ਹੈ ਭਰਤਵਾਜ ਸਾਹਿਬ ਨੇ। ਤੁਸੀਂ ਕੇਸਰੀ ਝੰਡੇ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਜੀ, ਠੀਕ ਹੈ, ਕਰੋ ਕੇਸਰੀ ਝੰਡੇ ਨੂੰ। ਪਹਿਲੀ ਗੱਲ ਤੇ ਇਹ ਸੋਚ ਲਓ, ਇਹ ਸਮਝੋ ਕਿ ਝੰਡਾ ਮਤਲਬ ਕੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਕੇਸਰੀ ਰੰਗ ਸਿਰਫ ਸਿੱਖਾਂ ਨੂੰ ਨਹੀਂ ਰਿਪਰੈਜ਼ੈਂਟ ਕਰਦਾ, ਉਹ ਤੇ ਰਾਜਪੂਤ ਤੇ ਦੂਸਰੇ ਵੀ ਕਰਦੇ ਨੇ। ਤੇ ਕੇਸਰੀ ਰੰਗ ਤੇ ਸਾਡੇ ਤਿਰੰਗੇ ਦੇ ਵਿੱਚ ਸਭ ਤੋਂ ਉੱਤੇ ਹੈਗਾ। ਉਹ ਜਿਹੜਾ ਸਭ ਤੋਂ ਉੱਤੇ ਹੈ, ਉਹ ਵੀ ਉਹਨੂੰ ਉੱਥੇ ਲੈ ਕੇ ਜਾਣ ਦਾ ਸਿੱਖਾਂ ਦਾ ਯੋਗਦਾਨ ਸੀਗਾ। ਇਹ ਸਾਰੀਆਂ ਗੱਲਾਂ ਦੇ ਬਾਰੇ ਤੇ ਕੋਈ ਗੱਲ ਨਹੀਂ ਕਰਦਾ। ਪਰ ਪੁਆਇੰਟ ਹੈ ਤੁਹਾਡਾ, ਮੈਂ ਤਾਂ ਇਸ ਦੇ ਉੱਤੇ ਰਿਐਕਸ਼ਨ ਲਵਾਂਗਾ। ਬੇਸਿਕਲੀ ਮੈਂ ਸਟਾਰਟਿੰਗ ਦੇ ਵਿੱਚ ਇਹੀ ਜ਼ਿਕਰ ਕਰ ਰਿਹਾ ਸੀ
ਕਿ ਪਲੇਟਫਾਰਮ ਕੀ ਹੈ, ਉਹ ਤਾਂ ਚੁਣਨਾ ਹੋਏਗਾ ਮਾਨ ਸਾਹਿਬ ਨੂੰ ਵੀ ਕਿ ਜੇਕਰ ਤੁਸੀਂ ਆਪਣਾ ਵਿਰੋਧ ਵੀ ਜਤਾ ਰਹੇ ਹੋ ਤਾਂ ਪਲੇਟਫਾਰਮ ਕੀ ਹੈ, ਉਸਦੇ ਉੱਤੇ ਜਾ ਕੇ ਆਪਣੀ ਗੱਲ ਰੱਖੋ। ਗਰੇਵਾਲ ਸਾਹਿਬ, ਕੰਪੈਰੀਜ਼ਨ ਦੇ ਵਿੱਚ ਕਿਉਂ? ਕੰਪੈਰੀਜ਼ਨ ਦਾ ਮਤਲਬ ਹੈ ਕਿ ਤੁਸੀਂ ਤੁਹਾਡਾ ਕੋਈ ਏਜੰਡਾ ਹੈ ਸਭ ਕੁਝ ਬ੍ਰੇਕ ਕਰਨ ਦਾ। ਪਲੀਜ਼ ਅੰਡਰਸਟੈਂਡ ਦੈਟ। ਜਦੋਂ ਮੈਂ ਅਗਲੇ ਪੁਆਇੰਟ ਤੇ ਆਣਾ ਜਿਹੜਾ ਤੁਸੀਂ ਜ਼ਿਕਰ ਕੀਤਾ ਗਰੇਵਾਲ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਬਤੌਰ ਐਮਪੀ ਪਰਹੇਜ਼ ਕਰਨਾ ਚਾਹੀਦਾ ਹੈ, ਬਤੌਰ ਇੱਕ ਵੱਡਾ ਸਿੱਖ ਲੀਡਰ ਪਰਹੇਜ਼ ਕਰਨਾ ਚਾਹੀਦਾ ਹੈ, ਬਤੌਰ ਪੰਜਾਬ ਦਾ ਇੱਕ ਵੱਡਾ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਅਜਿਹੀ ਸਟੇਟਮੈਂਟ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ? ਗਰੇਵਾਲ ਸਾਹਿਬ, ਬਿਲਕੁਲ। ਦੇਖੋ, ਮੈਂ ਇੱਕ ਬੇਨਤੀ ਕਰਾਂਗਾ ਕਿ ਬੜੀ ਚੰਗੀ ਬੜੀ ਅੱਛੀ ਬਹਿਸ ਹੋ ਰਹੀ ਹੈ, ਚੰਗੇ ਵਿਚਾਰ ਪ੍ਰਗਟ ਕੀਤੇ ਜਾ ਰਹੇ ਆ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਭਾਰਤਵਾਜ ਸਾਹਿਬ ਦਾ, ਜਿਨ੍ਹਾਂ ਨੇ ਜਿਹੜੀ ਗੱਲ ਅਸੀਂ ਉਠਾਈ ਸੀ, ਭਾਵੇਂ ਉਸ ਗੱਲ ਨੂੰ ਦੀ ਗੰਭੀਰਤਾ ਨੂੰ ਨਹੀਂ ਲਿਆ ਗਿਆ, ਜਿਹੜੀ ਏਐਸਪੀ ਨੇ ਹਾਈ ਕੋਰਟ ਦੇ ਵਿੱਚ ਆ ਕੇ ਜਿਹੜੀ ਗੱਲ ਗੋਬਿੰਦ ਸਿੰਘ ਜੀ ਨੇ ਕੀਤੀ ਆ, ਉਸ ਗੱਲ ਨੂੰ ਵੀ ਸਮਝਣਾ ਚਾਹੀਦਾ ਕਿ ਸੁਪਰੀਮ ਕੋਰਟ ਜੋ ਕੈਂਸਲ ਹੋ ਜਾਂਦੀ ਹੈ, ਹਾਈ ਕੋਰਟ ਜਾ ਕੇ ਦੁਬਾਰਾ ਇਸ ਗੱਲ ਨੂੰ ਕੀਤਾ ਜਾਂਦਾ। ਭਾਰਤਵਾਜ ਸਾਹਿਬ, ਮੈਨੂੰ ਪਤਾ ਹੈ ਕਿ ਸਿੱਖ ਫਿਲਾਸਫੀ ਨੂੰ ਬੜਾ ਚੰਗੀ ਤਰ੍ਹਾਂ ਜਾਣਦੇ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਹ ਚੰਗੀ ਗੱਲ ਆ, ਮੈਂ ਧੰਨਵਾਦ ਕਰਦਾ। ਪਰ ਮਾਨ ਸਾਹਿਬ ਦੀ ਗੱਲ ਨੂੰ ਦੋ ਪੱਖ ਜਿਹੜੇ ਆ ਵਿਚਾਰਨੇ ਜ਼ਰੂਰੀ ਨੇ। ਮੈਂ ਜਿਸ ਗੱਲ ਤੇ ਇਤਰਾਜ਼ ਕਰਦਾ, ਮੈਂ ਇਤਰਾਜ਼ ਕਰਦਾ ਕਿ ਸਿਧਾਂਤਕ ਤੌਰ ਤੇ ਜਨੇਊ ਇੱਕ ਪਛਾਣ ਹੈ ਤੇ ਜਿਹੜਾ ਕਿਰਪਾਨ ਇੱਕ ਸਵੈ ਰੱਖਿਆ ਦਾ ਸ਼ਸਤਰ ਹੈ, ਇਸ ਕਰਕੇ ਸਿਧਾਂਤਕ ਤੌਰ ਤੇ ਵੱਖਰਾ ਵਾ, ਪਰ ਆਪੋ ਆਪਣੇ ਧਾਰਮਿਕ ਚਿੰਨ੍ਹ। ਪਰ ਮੈਂ ਇੱਥੇ ਜਿਹੜੇ ਮਾਨ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਸਾਡੇ ਧਾਰਮਿਕ ਜਿਹੜੇ ਸਾਡੇ ਹੱਕ ਨੇ, ਉਹ ਸਾਡੇ ਹੱਕ ਜ਼ਰੂਰ ਸਭ ਮਿਲਣੇ ਚਾਹੀਦੇ ਆ। ਉਹ ਸਾਨੂੰ ਜਿਹੜਾ ਇਸ ਵਾਰ ਕਾਨੂੰਨ ਸਾਰਿਆਂ ਨੂੰ ਹੱਕ ਦਿੰਦਾ, ਉਹ ਗੱਲ ਦੀ ਇੰਟਰਪ੍ਰੀਟੇਸ਼ਨ ਚਾਹੇ ਕਿਸੇ ਤਰ੍ਹਾਂ ਹੋ ਗਈ ਆ, ਕਿਉਂਕਿ ਮਾਨ ਸਾਹਿਬ ਦੀ ਜਿਹੜੀ ਗੱਲ ਹੈ ਉਸ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਤੇ ਮਾਨ ਸਾਹਿਬ ਡਿਫੈਂਡ ਘੱਟ ਕਰਦੇ ਨੇ। ਪਰ ਮੈਂ ਇਹ ਗੱਲ ਕਰਦਾ ਕਿ ਮੇਰਾ ਉਹਨਾਂ ਦਾ ਦਿਮਾਗ ਸਿਰਫ ਸਿਧਾਂਤਕ ਤੌਰ ਤੇ ਆ, ਪਰ ਜਿਹੜੀ ਗੱਲ ਉਹ ਚੁੱਕ ਰਹੇ ਨੇ ਕਿ ਧਾਰਮਿਕ ਚਿੰਨ੍ਹ ਸਾਰਿਆਂ ਦੇ ਸਤਿਕਾਰਯੋਗ ਨੇ, ਤੇ ਜੇ ਸੰਵਿਧਾਨ ਇਜਾਜ਼ਤ ਦਿੰਦਾ ਕਿ ਕਿਰਪਾਨ ਪਹਿਨ ਕੇ ਜਾ ਸਕਦਾ ਤੇ ਉਹਦੇ ਲਈ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਇਹ ਗੱਲ ਦੱਸਣੀ ਚਾਹੁੰਦਾ ਇਤਿਹਾਸਕ ਤੌਰ ਤੇ। ਨਹੀਂ, ਤੁਹਾਨੂੰ ਸ਼ਰਾਰਤ ਦੇ ਪਿੱਛੇ ਕੌਣ ਲੱਗ ਰਿਹਾ ਗਰੇਵਾਲ ਸਾਹਿਬ? ਤੁਹਾਨੂੰ ਸ਼ਰਾਰਤ ਦੇ ਪਿੱਛੇ ਕੌਣ ਲੱਗ ਰਿਹਾ ਹੈ? ਕਿਉਂਕਿ ਇੱਕ ਜਿਹੜਾ ਕਿਸੇ ਜਥੇਬੰਦੀ ਦਾ ਨਾਮ ਲੈ ਰਹੇ ਸੀ ਸੰਧੂ ਜੀ, ਪਰ ਜਿੰਨੀ ਕਿ ਮੇਰੇ ਕੋਲ ਇਸ ਸਮੇਂ ਜਾਣਕਾਰੀ ਹੈ ਕਿ ਕੋਈ ਮਿਸਟਰ ਵਿਭੋਰ ਨੇ, ਉਹਨਾਂ ਨੇ ਲਾਇਰ ਹੈ, ਉਹਨਾਂ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਮੈਂ ਉਹੀ ਗੱਲ ਕਰਦਾ ਜੀ, ਦੇਖੋ ਗੰਭੀਰਤਾ ਲਾਓ ਨਾ ਇਸ ਗੱਲ ਦੀ। ਜੇ ਏਐਚਪੀ ਜਿਹੜੀ ਆ, ਜਦੋਂ ਸੁਪਰੀਮ ਕੋਰਟ ਤੁਹਾਡਾ ਇਹ ਕਹਿੰਦਾ ਵਾ ਕਿ ਜਿਹੜਾ ਸਿੱਖਾਂ ਦਾ ਅਧਿਕਾਰ ਹੈ, ਕਿਉਂ ਜਿੰਨੀ ਵੀ ਇਜਾਜ਼ਤ ਦਿੰਦਾ ਹੈ, ਚਲੋ ਜਿਵੇਂ ਦੇ ਰਿਹਾ ਅਸੀਂ ਤਾਂ ਧੰਨਵਾਦ ਕਰਦੇ ਹਾਂ, ਪਰ ਬਾਕੀ ਵੀ ਸਾਡਾ ਹੱਕ ਬਣਦਾ, ਅਸੀਂ ਸਾਨੂੰ ਲੈਣਾ ਚਾਹੀਦਾ, ਸਰਕਾਰ ਨੂੰ ਦੇਣਾ ਚਾਹੀਦਾ, ਕਾਨੂੰਨ ਦੇ ਦਾਇਰੇ ਦਾ ਰਹਿ ਕੇ ਸਾਨੂੰ ਦੇਣਾ ਚਾਹੀਦਾ। ਪਰ ਇਹ ਜਿਹੜੇ ਨੇਤਾ ਨੇ, ਇਹ ਨੇਤਾ ਸ਼ਬਦ ਵਰਤ ਰਹੇ ਨੇ ਕਿ ਇਹ ਜਿਹੜੀ ਕਿਰਪਾਨ ਹੈ, ਇਹ ਚਾਕੂ ਹੈ ਤੇ ਇਹ ਕਤਲ ਕਰਦੀ ਹੈ। ਦੇਖੋ, ਇਹ ਜੇ ਤੁਸੀਂ ਹਿੰਦੁਸਤਾਨ 'ਚ ਰਹਿ ਕੇ ਸਿੱਖਾਂ ਦੀ ਕਿਰਪਾਨ ਦੇ ਬਾਰੇ 'ਚ ਨਹੀਂ ਜਾਣਦੇ ਤੇ ਜਾਣਬੁੱਝ ਕੇ ਤੁਸੀਂ ਟਿੱਪਣੀ ਕਰਦੇ ਹੋ, ਤੇ ਫਿਰ ਵੇਖੋ ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹਨਾਂ ਦੀ ਹੋਈ। ਗੱਲ ਦੀ ਸ਼ੁਰੂਆਤ ਤਾਂ ਉਹਨਾਂ ਨੇ ਕੀਤੀ ਨਾ। ਮੈਂ ਬੇਨਤੀ ਕਰਦਾ ਭਾਰਤਵਾਜ ਸਾਹਿਬ ਬੜੇ ਸਤਿਕਾਰਯੋਗ ਨੇ, ਮੇਰੀ ਇਹ ਕਹੀ ਹੋਈ ਗੱਲ ਨੂੰ ਕਿਸੇ ਫਿਰਕੇ ਦੇ ਖਿਲਾਫ ਨਾ ਲੈਣਾ, ਮੈਂ ਇਤਿਹਾਸ ਦੀ ਗੱਲ ਕਰਨੀ ਚਾਹੁੰਦਾ। ਇਹ ਭਾਰਤਵਾਜ ਸਾਹਿਬ ਨੇ ਦੱਸਿਆ ਕਿ ਕਿਰਪਾਨ ਤਾਂ ਰਾਜਪੂਤ ਵੀ ਪਹਿਨਦੇ ਨੇ, ਅਸੀਂ ਰਾਜਪੂਤ ਲਾਣੇ ਦਾ ਸਤਿਕਾਰ ਕਰਦੇ ਹਾਂ, ਪਰ ਇਤਿਹਾਸ ਇਹ ਗੱਲ ਦੱਸਦਾ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਥੇ ਹੱਲੇ ਹੋਈ ਦੇਸ਼ ਤੇ, ਤਾਂ ਉਸ ਸਮੇਂ ਤੇ ਰਾਜਪੂਤ ਭਰਾਵਾਂ ਨੇ ਆਪਣੇ ਡੋਲੇ, ਔਰਤਾਂ ਦੇ ਡੋਲੇ ਦਿੱਤੇ ਤਾਂ ਕਿ ਉਹਨਾਂ ਦਾ ਸਮਝੌਤਾ ਕੀਤਾ ਜਾਵੇ। ਦੂਜੇ ਪਾਸੇ ਸਿੱਖਾਂ ਨੇ ਉਸੇ ਕਿਰਪਾਨ ਦੇ ਨਾਲ, ਬਹੁਤ ਥੋੜੇ ਸਨ ਪਰ ਉਹਨਾਂ ਨੂੰ ਸ਼ਕਤੀ ਬੜੀ ਜ਼ਰੂਰੀ ਸੀ, ਪਰ ਉਹਨਾਂ ਨੇ ਆਪਣੇ ਘੱਟ ਸਾਧਨਾਂ ਨਾਲ ਇਸ ਦੇਸ਼ ਦੀ ਇੱਜ਼ਤ ਨੂੰ ਬਚਾਇਆ। ਜੇ ਮੈਂ ਇਸ ਗੱਲ ਵਿੱਚ ਗਲਤ ਹਾਂ ਤਾਂ ਦੱਸੋ। ਤਾਂ ਇਸ ਕਰਕੇ ਸਿੱਖਾਂ ਦੀ ਉਸ ਕਿਰਪਾਨ ਨੂੰ ਪ੍ਰਵਾਨ ਕਰਨਾ ਚਾਹੀਦਾ। ਜਿਹੜੇ ਲੋਕ ਜਾਣਬੁੱਝ ਕੇ ਸ਼ਰਾਰਤ ਕਰਦੇ ਆ, ਚਾਹੇ ਕਿਸੇ ਲੇਖ ਸਿੰਘ ਦਾ ਨਾਮ ਲਿਆ ਜਾਂ ਕਿਸੇ ਦਾ ਵੀ ਲਿਆ, ਜਿਨ੍ਹਾਂ ਨੇ ਕਿਰਪਾਨ ਦੀ ਦੁਰਵਰਤੋਂ ਕੀਤੀ ਆ, ਉਹ ਮਾੜੇ ਨੇ, ਉਹ ਗਲਤ ਨੇ, ਉਹਨਾਂ ਨੂੰ ਜਸਟੀਫਾਈ ਨਹੀਂ ਕੀਤਾ ਜਾਂਦਾ, ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਦੇਣੀ ਚਾਹੀਦੀ ਆ। ਪਰ ਮਾਨ ਸਾਹਿਬ ਦਾ ਜਿਹੜਾ ਬਿਆਨ ਹੈ ਉਸ ਦੀ ਗੰਭੀਰਤਾ ਨੂੰ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਜਿਹੜੇ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਹੁਣ ਤੋਂ ਸ਼ਰਾਰਤ ਕੀਤੀ ਆ, ਉਹ ਲੋਕ ਕੀ ਕਰ ਰਹੇ ਨੇ? ਸਾਨੂੰ ਪੈਨਲਿਸਟ ਨੂੰ ਸਾਰੇ ਜਿਹੜੇ ਸਤਿਕਾਰਯੋਗ ਆ, ਉਹਨਾਂ ਨੂੰ ਇਸ ਗੱਲ ਤੇ ਆਪਣੀ ਗੱਲ ਠੀਕ ਹੈ ਸੰਧੂ ਸਾਹਿਬ, ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ ਕਿ ਉਹ ਲਾਜ਼ਮੀ ਤੌਰ ਤੇ ਗੱਲ ਹੋਣੀ ਚਾਹੀਦੀ ਕਿ ਆਖਿਰ ਕਿਉਂ ਇਸ ਤਰੀਕੇ ਦੀਆਂ ਪਟੀਸ਼ਨਸ ਪਾਈਆਂ ਜਾ ਰਹੀਆਂ ਨੇ। ਪਰ ਸੰਧੂ ਸਾਹਿਬ, ਤੁਹਾਨੂੰ ਲੱਗਦਾ ਕਿ ਇਸ ਸਟੇਟਮੈਂਟ ਦੇ ਨਾਲ ਜਿਹੜੀ ਭਾਈਚਾਰਕ ਸਾਂਝ ਹੈ, ਸਮਾਜਿਕ ਸਾਂਝ ਹੈ, ਉਸ ਨੂੰ ਕੋਈ ਖਤਰਾ ਹੋਏਗਾ? ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਨਹੀਂ ਆਇਆ ਹੋਇਆ, ਤੁਸੀਂ ਦੱਸ ਦਿੱਤਾ, ਤੁਸੀਂ ਦੱਸ ਰਹੇ ਹੋ ਲੋਕਾਂ ਨੂੰ ਕਿ ਦੇਖੋ ਜੀ ਜਨੇਊ ਤੇ ਕਿਰਪਾਨ ਨੂੰ ਕੰਪੇਅਰ ਕਰੋ। ਨਹੀਂ, ਬਿਲਕੁਲ ਵੀ ਕੋਈ ਭਾਈਚਾਰਕ ਸਾਂਝ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇਹਦੇ 'ਚ ਤਾਂ ਜਿਹੜੇ ਹਿੰਦੂ ਧਰਮ ਦੇ ਜਾਂ ਸਿੱਖ ਧਰਮ ਦੇ ਭੜਕਾਊ ਆਰਗੇਨਾਈਜੇਸ਼ਨਸ ਹੈਗੇ ਆ, ਉਹਨਾਂ ਨੂੰ ਮਸਾਲਾ ਆਪਦੇ ਧਰਨੇ ਪ੍ਰਦਰਸ਼ਨ ਕਰਨ ਵਾਸਤੇ, ਪਰ ਇਹਦੇ ਨਾਲ ਕੋਈ ਭਾਈਚਾਰਕ ਸਾਂਝ ਨਹੀਂ ਟੁੱਟਦੀ ਬਿਲਕੁਲ ਵੀ। ਜਿੱਥੇ ਭਾਰਦਵਾਜ ਸਾਹਿਬ ਨੇ ਅੱਜ ਬਹੁਤ ਸੋਹਣੀ ਗੱਲ ਕੀਤੀ ਹੈ
ਪਰ ਉਹ ਕਹਿੰਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਨੇ ਜਨੇਊ ਬਾਰੇ ਗਲਤ ਤੇ ਮਾੜਾ ਕਿਹਾ। ਮਾੜਾ ਤਾਂ ਭਾਰਦਵਾਜ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੁਝ ਵੀ ਨਹੀਂ ਕਿਹਾ। ਉਹਨਾਂ ਨੇ ਤਾਂ ਇਹ ਕਿਹਾ ਹੈ ਕਿ ਜੇ ਕੋਈ ਹਿੰਦੂ ਧਰਮ 'ਚ ਕੋਈ ਸ਼ਰਾਰਤੀ ਬੰਦਾ ਹੋਵੇ, ਜਿਵੇਂ ਜੇ ਕੋਈ ਸਿੱਖ ਧਰਮ 'ਚ ਕੋਈ ਸ਼ਰਾਰਤੀ ਬੰਦਾ ਹੋਵੇ, ਤੇ ਜੇ ਉਹਨਾਂ ਨੇ ਕੋਈ ਧਾਰਮਿਕ ਨਿਸ਼ਾਨੀ ਦੀ ਗਲਤ ਵਰਤੋਂ ਕਰਨੀ ਹੋਵੇ, ਉਹਨਾਂ ਨੇ ਕਿਹਾ ਕਿ ਜੇ ਚਾਈਨੀਜ਼ ਡੋਰ ਨਾਲ ਉਹ ਬਣਾ ਲੈਂਦੇ ਆ ਤੇ ਉਹਦੀ ਗਲਤ ਵਰਤੋਂ ਇੱਕ ਜਹਾਜ਼ 'ਚ ਕਰ ਲੈਂਦੇ ਆ, ਇਹਦੇ ਨਾਲ ਤਾਂ ਕੋਈ ਧਾਰਮਿਕ ਨਿਸ਼ਾਨ ਦੀ ਵੀ ਨਹੀਂ ਲੋੜ। ਜੇ ਕੱਲ ਜੇ ਕੋਈ ਕਾਤਲ ਬੰਦਾ ਜਾਂ ਜੇ ਕੋਈ ਗਲਤ ਅਨਸਰ ਜਹਾਜ਼ 'ਚ ਬਹਿ ਜਾਂਦਾ ਤੇ ਅੰਦਰ ਜਾ ਕੇ ਫਿਰ ਉਲਟੇ ਸਿੱਧੇ ਕੰਮ ਕਰਨ ਲੱਗ ਜਾਂਦਾ, ਉਹਦੇ 'ਚ ਤਾਂ ਕਿਰਪਾਨ ਦੀ ਵੀ ਨਹੀਂ ਲੋੜ, ਨਾ ਉਹਨਾਂ ਨੂੰ ਇੱਕ ਰੱਸੇ ਦੀ ਜਾਂ ਇੱਕ ਜਨੇਊ ਦੀ ਲੋੜ ਹੈਗੀ ਹੈ। ਨਹੀਂ, ਪਰ ਸੰਧੂ ਸਾਹਿਬ ਮੈਂ ਥੋੜਾ ਜਿਹਾ ਇਸ ਤੋਂ ਹਟ ਕੇ ਵੀ ਕਹਾਂ ਕਿ ਜੇਕਰ ਕਿਸੇ ਨੇ ਜਨੇਊ ਨਹੀਂ ਵੀ ਪਾਇਆ ਤਾਂ ਉਹ ਧਾਗਾ ਜਾਂ ਫਿਰ ਚਾਈਨਾ ਵਾਲੀ ਡੋਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਆਪਣੇ ਬੈਗ 'ਚ ਵੈਸੇ ਲੈ ਕੇ ਗਿਆ ਹੋਵੇ, ਉਹਦੇ ਉੱਪਰ ਤਾਂ ਕੋਈ ਪਾਬੰਦੀ ਨਹੀਂ। ਜਾਂ ਤਾਂ ਫਿਰ ਹਰ ਤਰ੍ਹਾਂ ਦੀ ਤਾਰ, ਹਰ ਤਰ੍ਹਾਂ ਦੇ ਕੱਪੜੇ, ਟਾਈ ਬੰਨਣ ਵਾਲੀ, ਮੈਂ ਟਾਈ ਪਾ ਕੇ ਗਿਆ, ਇਹ ਵੀ ਉਹ ਹੋ ਸਕਦਾ ਹੈ। ਫਿਰ ਤਾਂ ਹਰ ਤਰ੍ਹਾਂ ਦੇ ਧਾਗੇ ਬੈਨ ਕਰਨੇ ਪੈਣਗੇ। ਬਿਲਕੁਲ ਜੀ, ਬਿਲਕੁਲ। ਦੇਖੋ, ਬੜੀ ਸਿੰਪਲ ਜੀ ਗੱਲ ਹੈ, ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਹੈ, ਜਿਹੜੇ ਲੋਕਾਂ ਨੇ ਇਹ ਪਟੀਸ਼ਨ ਪਾਈ ਹੈ, ਪਹਿਲਾਂ ਤਾਂ ਸੁਪਰੀਮ ਕੋਰਟ ਤੇ ਉਹ ਬੜੇ ਸਿਆਣੇ ਸੀਗੇ ਜਿਨ੍ਹਾਂ ਨੇ ਮਨਾ ਕਰਤਾ ਤੇ ਕਹਿਤਾ ਇਸ ਕੇਸ ਦੀ ਅਸੀਂ ਸੁਣਵਾਈ ਨਹੀਂ ਕਰਨੀ। ਹਾਈ ਕੋਰਟ ਦੇ ਜਿਹੜੇ ਜੱਜ ਸੀਗੇ ਜਿਨ੍ਹਾਂ ਨੇ ਕੇਸ ਚਲਾਤਾ, ਉਹ ਮੇਰੇ ਖਿਆਲ ਕਿਤੇ ਨਾ ਕਿਤੇ ਗਲਤ ਨੇ। ਤੇ ਭਾਰਦਵਾਜ ਸਾਹਿਬ ਨੂੰ ਐਜ਼ ਬੀਜੇਪੀ ਦੇ ਮੈਂਬਰ ਹੋਣ ਦੇ ਨਾਤੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਹੋ ਜਿਹੇ ਜੱਜਸ ਨੂੰ, ਇਹੋ ਜਿਹੇ ਕੇਸਿਸ ਨੂੰ ਪਹਿਲਾਂ ਹੀ ਸਕੁਐਸ਼ ਕਰ ਦੇਣਾ ਚਾਹੀਦਾ, ਜਾਂ ਪਹਿਲਾਂ ਹੀ, ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦਿੱਤਾ, ਪਹਿਲਾਂ ਹੀ ਬਿਆਨ ਦੇ ਦਿਓ ਕਿ ਜਿਹੜਾ ਪਟੀਸ਼ਨ ਪਾਇਆ ਗਿਆ ਉਹ ਬਿਲਕੁਲ ਗਲਤ ਪਾਇਆ ਗਿਆ, ਅਸੀਂ ਇਹਦੀ ਨਿੰਦਾ ਕਰਦੇ ਹਾਂ। ਸੋ ਦੇਖੋ, ਸਮਾਜਿਕ ਜਾਂ ਭਾਈਚਾਰਕ ਸਾਂਝ ਤੋੜਨ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈਗੀ ਬਿਲਕੁਲ ਵੀ। ਇਹਦੇ 'ਚ ਆਰਟੀਕਲ 15 ਜਿਹੜੀ ਸਾਡੀ ਸੰਵਿਧਾਨ ਦੀ ਕਹਿੰਦੀ ਹੈ ਕਿ ਸਾਰੇ ਕਾਨੂੰਨ ਦੇ ਅੱਗੇ ਬਰਾਬਰ ਨੇ, ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਾਰੇ ਬਰਾਬਰ ਨੇ। ਤੇ ਇਸ ਕਰਕੇ ਉਹਨਾਂ ਨੇ ਹਿੰਦੂ ਧਰਮ ਦੀ ਇੱਕ ਧਾਰਮਿਕ ਨਿਸ਼ਾਨੀ ਦਾ ਉਦਾਹਰਨ ਲੈ ਕੇ ਸਮਝਾਇਆ ਕਿ ਜੇ ਕੋਈ ਗਲਤ ਬੰਦਾ ਕੁਝ ਗਲਤ ਕਰਨਾ ਚਾਹੁੰਦਾ ਹੋਵੇ, ਉਹ ਜਨੇਊ ਨਾਲ ਵੀ ਕਰ ਸਕਦਾ, ਉਹ ਕਿਰਪਾਨ ਨਾਲ ਵੀ ਕਰ ਸਕਦਾ, ਉਹ ਹੋਰ ਕਿਸੇ ਧਾਰਮਿਕ ਨਿਸ਼ਾਨੀ ਨਾਲ ਵੀ ਕਰ ਸਕਦਾ। ਪਰ ਇਹ ਕਹਿਣਾ, ਚਲੋ ਮੈਂ ਸਟੇਟਮੈਂਟ ਲੈਣਾ, ਤੁਸੀਂ ਇਸ ਦਾ ਜ਼ਿਕਰ ਕਰ ਚੁੱਕੇ ਹੋ ਭਾਰਦਵਾਜ ਸਾਹਿਬ। ਸਿਮਰਨਜੀਤ ਸਿੰਘ ਮਾਨ ਨੇ ਅਦਾਲਤ ਦੀ ਪਟੀਸ਼ਨ ਦੀ ਨਿੰਦਾ ਕੀਤੀ ਹੈ, ਨਾ ਕਿ ਜਨੇਊ ਦੀ। ਇਹ ਮੇਰੀ ਭਾਰਦਵਾਜ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਜਨੇਊ ਪਾਸੇ ਗੱਲ ਨਾ ਲੈ ਕੇ ਜਾਓ, ਇਹਨੂੰ ਉਦਾਹਰਨ ਦੇ ਤੌਰ ਤੇ ਦੇਖ ਲਿਓ। ਭਾਰਦਵਾਜ ਸਾਹਿਬ, ਦੇਖੋ, ਮੈਂ ਹੁਣੀ ਆਪਣੇ ਐਸਜੀਪੀਸੀ ਵਾਲੇ ਭਾਈ ਸਾਹਿਬ ਗੱਲ ਕਰਦੇ ਪਏ ਸੀਗੇ ਵੀ ਰਾਜਪੂਤਾਂ ਦੇ ਬਾਰੇ, ਵੀ ਉਹਨਾਂ ਨੇ ਮੁਗਲਾਂ ਨੂੰ ਡੋਲੇ ਦੇ ਦਿੱਤੇ। ਇਸ ਤਰ੍ਹਾਂ ਦੀਆਂ ਜਿਹੜੀਆਂ ਕੁਛ ਬੰਦੇ ਇਸ ਤਰ੍ਹਾਂ ਦੇ ਹੁੰਦੇ, ਜਿੱਦਾਂ ਈਵਨ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਨਾਨਾ ਜੀ ਸੀਗੇ, ਉਹਨਾਂ ਨੇ ਵੀ ਜਨਰਲ ਡਾਇਰ ਨੂੰ ਸਰੋਪਾ ਦੇ ਦਿੱਤਾ ਸੀਗਾ। ਇਹੋ ਜਿਹੀਆਂ ਕਾਲੀਆਂ ਭੇਡਾਂ ਹਰ ਸਮਾਜ ਦੇ ਵਿੱਚ ਹੁੰਦੀਆਂ, ਉਹਨਾਂ ਨੂੰ ਆਮ ਸਮਾਜ ਦੇ ਨਾਲ, ਪੂਰੇ ਹਿੰਦੂਆਂ ਦੇ ਨਾਲ, ਪੂਰੇ ਸਿੱਖਾਂ ਦੇ ਨਾਲ ਕੰਪੇਅਰ ਕਰਨਾ ਠੀਕ ਨਹੀਂ ਹੈ। ਪਰ ਜਿਹੜੀ ਇਸ ਵੇਲੇ ਗੱਲ ਹੋ ਰਹੀ ਹੈ, ਉਹ ਹੋ ਰਹੀ ਹੈ ਜਨੇਊ ਦੀ ਤੁਲਨਾ, ਜਨੇਊ ਦੇ ਬਾਰੇ ਨਫ਼ਰਤ ਕਰਨੀ, ਵੀ ਤੁਸੀਂ ਅਗਰ ਕਿਰਪਾਨ ਦੇ ਉੱਤੇ ਰੋਕ ਲਗਾ ਰਹੇ ਹੋ, ਕਿਸੇ ਇੰਡੀਵਿਜੂਅਲ ਨੇ ਅਗਰ ਕੇਸ ਪਾਤਾ ਇਸ ਦੇ ਬਾਰੇ, ਜਿਹਦਾ ਕਿ ਅਸੀਂ ਸਮਾਜਿਕ ਤੌਰ ਤੇ ਅਸੀਂ ਵੀ ਕਹਿੰਦੇ ਪਏ ਹਾਂ, ਅਸੀਂ ਐਸੇ ਪੰਜਾਬ ਦੇ ਹਿੰਦੂ ਇਸ ਚੀਜ਼ ਨੂੰ ਸਮਝਦੇ ਹਾਂ। ਬਾਹਰਲੇ ਹਿੰਦੂ ਜਿਹੜੇ ਆ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ। ਅਸੀਂ ਪੰਜਾਬ ਦੇ ਹਿੰਦੂਆਂ ਦੇ ਹੋਣ ਦੇ ਨਾਤੇ ਅਸੀਂ ਸਮਾਜ ਨੂੰ ਇਹੀ ਦੱਸਦੇ ਪਏ ਹਾਂ ਵੀ ਜਿਹੜੀ ਇਹ ਪਟੀਸ਼ਨ ਪਾਈ ਹੈ, ਇਹ ਪਟੀਸ਼ਨ ਠੀਕ ਨਹੀਂ ਹੈ। ਇਹ ਜਿਹੜਾ ਗਾਤਰਾ ਪਾਣਾ, ਇਹ ਕਾਨੂੰਨੀ ਕੀ, ਇਹ ਧਾਰਮਿਕ ਅਧਿਕਾਰ ਹੈ ਸਿੱਖਾਂ ਦਾ। ਇਸੇ ਤਰੀਕੇ ਦੇ ਨਾਲ ਮੈਂ ਤਾਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਜਿਹੜਾ ਇਹ ਸਿੱਖ ਗਾਤਰਾ ਪਾਉਂਦੇ ਆ, ਇਹ ਵੀ ਇੱਕ ਰਿਫਾਈਨਡ ਰੂਪ ਹੈ ਇੱਕ ਜਨੇਊ ਦਾ। ਜਿਸਲੇ ਮੁਗਲਾਂ ਨੇ ਜਨੇਊ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਤੁਸੀਂ ਜੇ ਜਨੇਊ ਨੂੰ ਇਸ ਤਰ੍ਹਾਂ ਸਾੜਦੇ ਪਏ ਹੋ, ਖਤਮ ਕਰਦੇ ਪਏ ਹੋ, ਉਹਨਾਂ ਨੇ ਉਹ ਕਹਿੰਦੇ ਇਹ ਤਾਂ ਜਨੇਊ ਤਾਂ ਇਹ ਹਿੰਦੂ ਅੰਦਰ ਦੀ ਪਾਉਂਦੇ ਆ, ਅਸੀਂ ਬਾਹਰੋਂ ਪਾ ਕੇ ਦਿਖਾਵਾਂਗੇ ਤੁਹਾਨੂੰ। ਇਹਨੂੰ ਜਨੇਊ ਦੇ ਨਾਲ, ਜਨੇਊ ਦੀ ਵਿਆਖਿਆ ਜਿਹੜੀ ਹੈ ਜਿਸ ਤਰੀਕੇ ਨਾਲ ਸਿਮਰਨ ਸਿੰਘ ਮਾਨ ਕਰਦੇ ਪਏ ਹੈ, ਇਹ ਠੀਕ ਨਹੀਂ ਹੈ। ਇਹ ਜਾਣਬੁੱਝ ਕੇ ਇਹ ਵਿਦੇਸ਼ੀ ਤਾਕਤਾਂ ਦੇ ਹੱਥ ਵਿੱਚ ਖੇਲਦੇ ਪਏ ਹੈ। ਉਹ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈ। ਪੰਜਾਬ ਦੇ ਵਿੱਚ ਹਿੰਦੂਆਂ ਨੂੰ ਦੁਬਾਰਾ ਉਹ ਜਿਹੜਾ ਆਤੰਕਵਾਦ ਦਾ ਦੌਰ ਸੀਗਾ ਉਹਦੀ ਯਾਦ ਦਿਲਾਉਣਾ ਚਾਹੁੰਦੇ ਆ ਵੀ ਹਾਂ ਵੀ ਦੁਬਾਰਾ ਪੰਜਾਬ ਦੇ ਵਿੱਚ ਆਤੰਕਵਾਦ ਦਾ ਦੌਰ
ਸ਼ੁਰੂ ਕੀਤਾ ਜਾ ਸਕਦਾ। ਇਸ ਕਰਕੇ ਇਸ ਬੰਦੇ ਦੀ ਜਿਹੜੀ ਇਹਦੀ ਫਿਦਰਤ ਹੈ, ਕਿਵੇਂ ਸਰ, ਕਿਵੇਂ ਤੁਹਾਨੂੰ ਕਿਵੇਂ ਲੱਗਦਾ? ਕਹਿੰਦੇ ਕਿ ਕੋਈ ਇਹ ਤਾਂ ਫਿਰ ਕੋਈ ਆਮ ਬੰਦਿਆਂ ਵਾਂਗ ਗੱਲ ਨਹੀਂ ਕਰਦਾ। ਇਹ ਬੰਦਾ ਬੜਾ ਸ਼ਾਤਰ ਆਦਮੀ ਹੈ। ਭਾਰਦਵਾਜ ਸਾਹਿਬ ਕਿਵੇਂ ਥੋੜਾ ਜਿਹਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ, ਪਰ ਇਹ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਵੀ ਨਹੀਂ ਕਰਦਾ। ਦੇ ਨੁਮਾਇੰਦੇ ਬੈਠੇ ਨੇ, ਉਹ ਇਹ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਜਾਂ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਨਹੀਂ। ਤੁਹਾਨੂੰ ਕਿਵੇਂ ਲੱਗਦਾ ਕਿ ਇਹ ਖਤਰੇ ਵਾਲੀ ਗੱਲ ਹੈ? ਖਤਰੇ ਵਾਲੀ ਗੱਲ ਹੈ, ਜਿੱਦਾਂ ਸਿੱਧਾ ਟਾਰਗੇਟ ਕਰਦੇ ਪਏ ਆ, ਜਨੇਊ ਨੂੰ ਟਾਰਗੇਟ ਕਰਦੇ ਪਏ ਆ। ਤੁਸੀਂ ਟਾਈ ਨੂੰ ਕਰਦੇ, ਤੁਸੀਂ ਟੋਪੀ ਨੂੰ ਕਰਦੇ, ਹੋਰ ਕਿਸੇ ਚੀਜ਼ ਨੂੰ ਕਰਦੇ, ਤੁਸੀਂ ਸਿੱਧਾ ਜਨੇਊ ਨੂੰ ਟਾਰਗੇਟ ਕਰਦੇ ਪਏ। ਇਹਦਾ ਮਤਲਬ ਤੁਸੀਂ ਹਿੰਦੂਆਂ ਨੂੰ ਨਫ਼ਰਤ ਕਰਦੇ ਹੋ। ਪੰਜਾਬ ਦੇ ਵਿੱਚ ਹਿੰਦੂਆਂ ਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕਰਦੇ ਪਏ ਹੋ। ਇਸ ਕਰਕੇ ਅਸੀਂ ਇਸ ਚੀਜ਼ ਦਾ ਸਖਤੀ ਨਾਲ ਵਿਰੋਧ ਕਰਦੇ ਹਾਂ। ਮੈਂ ਬੰਦੇ ਦੀ ਮਾਨਸਿਕਤਾ ਦਾ ਵਿਰੋਧ ਕਰਦੇ ਹਾਂ। ਮੈਂ ਜਵਾਬ ਲਵਾਂਗਾ ਜੈਬਨ ਜੀ। ਉਸ ਤੋਂ ਜੈਬਨ ਜੀ, ਤੁਹਾਨੂੰ ਵੀ ਲੱਗਦਾ ਕਿ ਇਸ ਤਰੀਕੇ ਦੀ ਸਟੇਟਮੈਂਟ ਭਾਈਚਾਰਕ ਸਾਂਝ ਦੇ ਲਈ ਕਿਸੇ ਲੈਵਲ ਦੇ ਉੱਤੇ ਜਾ ਕੇ ਖਤਰਾ ਹੋ ਸਕਦੀ ਹੈ? ਹਾਂਜੀ, ਦੇਖੋ ਸੰਧੂ ਸਾਹਿਬ ਅੱਜ ਆਏ ਹੋਏ ਨੇ ਡਿਬੇਟ ਦੇ ਵਿੱਚ, ਉਹ ਵੀ ਪੂਰੀ ਤਰ੍ਹਾਂ ਨਾਲ ਸਮਝਦੇ ਨੇ ਜੋ ਉਹਨਾਂ ਨੇ ਲਫ਼ਜ਼ ਯੂਜ਼ ਕੀਤੇ ਨੇ। ਉੱਥੋਂ ਮੈਨੂੰ ਪਤਾ ਲੱਗ ਗਿਆ ਹੈ ਕਿ ਜੋ ਕਹਿਤਾ ਹੈ ਸਿਮਰਨਜੀਤ ਸਿੰਘ ਮਾਨ ਨੇ ਉਹ ਠੀਕ ਨਹੀਂ ਸੀਗਾ। ਇਹਨਾਂ ਦਾ ਜਿਹੜੇ ਲੀਡਰ ਨੇ ਉਹਨਾਂ ਨੇ ਕਹਿਤਾ ਹੈ ਹੀ ਇਜ਼ ਡਿਫੈਂਡਿੰਗ ਦਾ ਇਨਡਿਫੈਂਸਿਬਲ, ਤੇ ਉਹਨਾਂ ਨੇ ਕਹਤੇ ਉਦਾਹਰਨ ਦੇ ਦਿੱਤਾ, ਤੇ ਉਹੀ ਉਦਾਹਰਨ ਦੀ ਗੱਲ ਫਿਰ ਭਰਦਵਾਜ ਸਾਹਿਬ ਨੇ ਵੀ ਕਰ ਦਿੱਤੀ। ਤੇ ਉਦਾਹਰਨ ਦੇਣਾ ਸੀ ਤਾਂ ਟਾਈ ਦਾ ਦੇ ਦਿੰਦੇ, ਕਿਸੇ ਹੋਰ ਚੀਜ਼ ਦਾ ਦੇ ਦਿੰਦੇ। ਵਾਈ ਦਿਸ? ਮੈਂ ਸਿਰਫ ਏਡਾ ਚਾਹੁੰਦਾ, ਮੈਂ ਇਸ ਤੁਹਾਡੇ ਚੈਨਲ ਦੇ ਥਰੂ ਤੇ ਸੰਧੂ ਸਾਹਿਬ ਦੇ ਥਰੂ ਇਹ ਕਹਿਣਾ ਚਾਹੁੰਦਾ ਇਹਨਾਂ ਨੂੰ ਕਿ ਪੰਜਾਬ ਦੇ ਵਿੱਚ ਅੱਗੇ ਹੀ ਬਹੁਤ ਪ੍ਰੋਬਲਮਸ ਨੇ। ਤੁਹਾਡੇ ਜਿਹੜੇ ਵੈਸਟਡ ਇੰਟਰਸਟ ਤੇ ਪਰਸਨਲ ਏਜੰਡਾਸ ਨੇ ਉਹਨਾਂ ਨੂੰ ਪਿੱਛੇ ਰੱਖ ਲਓ। ਪਲੀਜ਼ ਇਹ ਅੰਡਰਸਟੈਂਡ ਕਰੋ ਕਿ ਤੁਹਾਨੂੰ ਸੰਗਰੂਰ ਦੇ ਲੋਕਾਂ ਨੇ ਇਸ ਵਾਸਤੇ ਵੋਟ ਨਹੀਂ ਸੀ ਦਿੱਤੀ, ਇਸ ਵਾਸਤੇ ਦਿੱਤੀ ਸੀਗੀ ਕਿ ਉਹਨਾਂ ਦੇ ਨਿੱਜੀ ਪ੍ਰੋਬਲਮਸ ਬਹੁਤ ਜ਼ਿਆਦਾ ਨੇ, ਇਕਨੋਮਿਕ ਐਂਡ ਸੋਸ਼ਲ ਇਸ਼ੂਜ਼, ਉਹਨਾਂ ਨੂੰ ਦੇਖੋ। ਤੇ ਇਹ ਡਿਵਾਈਸਿਵ ਜਿਹੜੇ ਪੋਲਿਟਿਕਸ ਹੈਗੇ ਨੇ ਤੇ ਨੈਸ਼ਨਲ ਫੈਬਰਿਕ ਨੂੰ ਤੋੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਫॉर ਵਟਐਵਰ ਵੈਸਟਡ ਇੰਟਰਸਟ, ਇਹਨਾਂ ਨੂੰ ਮੇਰਾ ਖਿਆਲ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਸੰਧੂ ਸਾਹਿਬ ਦੇਖੋ, ਮੈਂ ਦੁਬਾਰਾ ਇਹਨਾਂ ਨੂੰ ਕਹਿ ਰਿਹਾ, ਇਹ ਗੱਲ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਨੇ। ਜਨੇਊ ਬਾਰੇ ਮਾੜਾ ਕੀ ਕਿਹਾ ਹੈ ਇਹ ਤਾਂ ਦੱਸਣ ਨਾ, ਕਿ ਜਨੇਊ ਬਾਰੇ ਕੀ ਮਾੜਾ। ਮੈਂ ਤਾਂ ਉਹਨੇ ਇੰਨੇ ਚੰਗੇ ਵਿਸਤਾਰ ਨਾਲ ਸਮਝਾਇਆ ਕਿ ਜਨੇਊ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹਿੰਦੂ ਧਰਮ 'ਚ। ਇਹਨਾਂ ਨੇ ਲੀਗਲੀ ਸਮਝਾਇਆ ਕਿ ਜੇ ਇੱਕ ਸਿੱਖਾਂ ਦੀ ਧਾਰਮਿਕ ਨਿਸ਼ਾਨੀ ਨੂੰ ਤੁਸੀਂ ਕਹਿੰਦੇ ਹੋ ਕਿ ਧਾਰਾ 15 ਤੇ ਧਾਰਾ 25 ਦੇ ਉਲਟ ਜਾ ਕੇ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਲੈ ਕੇ ਜਾਈ ਜਾ ਸਕਦੀ, ਤੇ ਫਿਰ ਇਹ ਸਾਰੇ ਧਰਮਾਂ ਨੂੰ ਬਰਾਬਰ ਦਾ ਰਾਈਟ ਦਿੰਦੀ ਹੈ ਕਾਨੂੰਨ। ਧਾਰਾ 15 ਕਹਿੰਦੀ ਹੈ ਕਿ ਫਿਰ ਉਹ ਹਰ ਧਰਮ ਤੇ ਲਾਇਆ ਜਾਊਗਾ ਜੇ ਧਰਮ ਤੇ ਇਹ ਚੀਜ਼ ਬਣਦੀ ਹੈ। ਪਰ ਜਨੇਊ ਬਾਰੇ ਕੁਝ ਮਾੜਾ ਨਹੀਂ ਕਿਹਾ। ਫਿਰ ਜਦੋਂ ਜਨੇਊ ਤੇ ਇਸ ਮਸਲੇ ਤੇ ਇਹਨਾਂ ਕੋਲ ਕੁਝ ਹੈਗਾ ਨਹੀਂ ਕਹਿਣ ਵਾਸਤੇ, ਫਿਰ ਇਹ ਸਰਦਾਰ ਅਰੂੜ ਸਿੰਘ ਦੀ ਗੱਲ ਛੇੜ ਗਏ। 103 ਸਾਲ ਪਹਿਲਾਂ ਜਦੋਂ ਜਨਰਲ ਡਾਇਰ ਨੂੰ ਉਹਨਾਂ ਨੇ ਸਰੋਪਾ ਦਿੱਤਾ ਸੀਗਾ, ਫਿਰ ਇਹ ਗੱਲ ਉਸ ਤੋਂ ਮੇਰੇ ਖਿਆਲ ਉਹਨਾਂ ਤੋਂ ਬਾਅਦ 20 ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਸੰਸਾਰ ਤੇ ਜੰਮੇ ਹੈਗੇ। ਸੋ ਮੇਰੇ ਖਿਆਲ ਇਹਨਾਂ ਨੂੰ ਹੀ ਜ਼ਿਆਦਾ ਪਤਾ ਹੋਣਾ ਜਨਰਲ ਡਾਇਰ ਬਾਰੇ ਤੇ ਦੂਜੇ ਇਹ ਸਰਦਾਰ ਅਰੂੜ ਸਿੰਘ ਜੀ ਬਾਰੇ, ਤੇ ਇਹੀ ਦੱਸ ਸਕਦੇ ਨੇ ਉੱਥੇ ਕੀ ਹੋਇਆ ਕੀ ਨਹੀਂ ਹੋਇਆ। ਫਿਰ ਇਹ ਸੰਗਰੂਰ ਗੱਲ ਹੁਣ ਛੇੜੀ ਜਾਂਦੇ ਆ। ਇਹਨਾਂ ਨੂੰ ਕਿੰਨੇ ਦੱਸਿਆ ਕਿ ਸੰਗਰੂਰ 'ਚ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ, ਅਗਵਾਈ ਨਹੀਂ ਹੋ ਰਹੀ? ਇਹਨਾਂ ਨੂੰ ਇਹ ਤਾਂ ਪੁੱਛੋ ਨਾ ਜਿਹੜੀ ਤੁਸੀਂ ਘਰ ਠੀਕ ਹੈ, ਮੈਂ ਚਲੋ ਜਵਾਬ ਲੈ ਲਵਾਂ। ਠੀਕ ਹੈ, ਮੈਂ ਜਵਾਬ ਲੈ ਲਵਾਂ। ਤੁਹਾਡਾ ਜਿਹੜਾ ਪੁਆਇੰਟ ਹੈ ਮੈਂ ਉਸਦੇ ਉੱਪਰ ਜਵਾਬ ਲੈ ਲਵਾਂ। ਭਾਰਦਵਾਜ ਸਾਹਿਬ, ਗਰੇਵਾਲ ਜੀ ਮੈਂ ਤੁਹਾਡੇ ਕੋਲ ਆਉਣਾ। ਭਾਰਦਵਾਜ ਸਾਹਿਬ ਕਹਿੰਦੇ ਕਿ ਜਨੇਊ ਬਾਰੇ ਗਲਤ ਤਾਂ ਕੁਝ ਵੀ ਨਹੀਂ ਕਿਹਾ, ਕੰਪੇਅਰ ਕੀਤਾ ਹੈ ਜਾਂ ਫਿਰ ਇੱਕ ਉਦਾਹਰਨ ਦਿੱਤੀ ਹੈ। ਨਹੀਂ, ਇਹ ਪਤਾ ਤੁਸੀਂ ਹੈ ਨਾ, ਇਹਨਾਂ ਦੀ ਮਾਨਸਿਕਤਾ ਸਮਝੋ। ਤੁਸੀਂ ਇਹਨਾਂ ਨੂੰ ਸਿਰਫ ਕੋਈ ਜਨੇਊ ਨੂੰ ਗਾਲ ਕੱਢਣਾ ਹੀ ਸਿਰਫ ਕਿਸੇ ਧਾਰਮਿਕ ਭਾਵਨਾ ਨਾਲ ਖਿਲਵਾੜ ਨਹੀਂ ਹੈ। ਇਹਨਾਂ ਦੀ ਤੁਸੀਂ ਮਾਨਸਿਕਤਾ ਸਮਝੋ ਵੀ ਇਹ ਟਾਰਗੇਟ ਕਿਸ ਤਰੀਕੇ ਨਾਲ ਕਰਦੇ ਪਏ ਆ। ਤੁਸੀਂ ਇਹਨਾਂ ਦੀ ਜਿਹੜਾ ਇਹਨਾਂ ਦੇ ਦਿਮਾਗ ਦੇ ਵਿੱਚ ਜਨੇਊ ਦੇ ਪ੍ਰਤੀ ਆਇਆ, ਇਹਦਾ ਮਤਲਬ ਹਿੰਦੂਆਂ ਨੂੰ ਟਾਰਗੇਟ ਕਰਨਾ, ਹੋਰ ਕੁਝ ਨਹੀਂ। ਵੀ ਹਾਂ ਵੀ ਤੁਸੀਂ ਜਨੇਊ ਵੀ ਬੰਦ ਕਰ ਦਿਓ। ਤੁਸੀਂ ਇਹਨਾਂ ਦੀ ਮਾਨਸਿਕਤਾ ਸਮਝੋ। ਹੋਰ ਸਾਡਾ ਇਹ ਨਹੀਂ ਕਿ ਵੀ ਇਹਨਾਂ ਨੇ ਜਨੇਊ ਨੂੰ ਗਾਲ ਕੱਢਤੀ ਜਾਂ ਜਨੇਊ ਦੇ ਬਾਰੇ ਕੋਈ ਗਲਤ ਕਹਿਤਾ, ਪਰ ਜਿਹੜਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਟਾਰਗੇਟ ਕੀਤਾ, ਹਿੰਦੂ ਨੂੰ ਟਾਰਗੇਟ ਕੀਤਾ, ਅਸੀਂ ਉਹਦੇ ਬਾਰੇ ਇਸ ਚੀਜ਼ ਦਾ ਪੁਆਇੰਟ ਲੈ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਮਾਨਸਿਕਤਾ ਵੀ ਹਿੰਦੂਆਂ ਨੂੰ ਕਿੱਦਾਂ ਟਾਰਗੇਟ ਕਰਨਾ, ਹਿੰਦੂਆਂ ਨੂੰ ਕਿੱਦਾਂ ਜਲੀਲ ਕਰਨਾ, ਉਹ ਮੈਂ ਉਹਦੇ ਬਾਰੇ ਗੱਲ ਕਰਦੇ ਪਏ ਹਾਂ। ਹੋਰ ਕੋਈ ਜਨੇਊ ਦੇ ਪ੍ਰਤੀ ਕੋਈ ਐਸਾ ਸ਼ਬਦ ਇਸਤੇਮਾਲ ਨਹੀਂ ਕੀਤਾ ਉਹਨਾਂ ਨੇ, ਪਰ ਜਿਸ ਤਰੀਕੇ ਨਾਲ ਸੰਧੂ ਸਾਹਿਬ ਰਿਐਕਸ਼ਨ ਦਾ ਜ਼ਰੂਰੀ ਹੈ, ਜਨੇਊ ਦੇ ਮਾਧਿਅਮ ਦੇ ਨਾਲ ਹਿੰਦੂਆਂ ਨੂੰ ਟਾਰਗੇਟ ਕੀਤਾ, ਮੈਂ ਉਹਦੀ ਗੱਲ ਕਰਦਾ ਪਿਆ। ਸੰਧੂ ਸਾਹਿਬ ਮੈਂ ਬਿਲਕੁਲ ਸਟਾਰਟਿੰਗ ਦੇ ਵਿੱਚ ਉਸੇ ਪੁਆਇੰਟ ਦੇ ਉੱਤੇ, ਉਸੇ ਲਾਈਨ ਦੇ ਉੱਤੇ ਭਾਰਦਵਾਜ ਜੀ ਹੁਣ ਵੀ ਨੇ, ਉਹਨਾਂ ਨੂੰ ਬਿਆਨ ਦੇ ਵਿੱਚ ਹਿੰਦੂਆਂ ਦੇ ਨਾਲ ਨਫ਼ਰਤ ਨਜ਼ਰ ਆਉਂਦੀ ਹੈ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੇ ਵਿੱਚ।
ਇਹ ਤਾਂ ਫਿਰ ਇਹੀ ਦੱਸਣ ਨਾ ਇਹਨਾਂ ਨੂੰ ਕਿਉਂ ਨਜ਼ਰ ਆਉਂਦੀ ਹੈ ਨਫ਼ਰਤ, ਕਿਉਂਕਿ ਉਹ ਕਹਿ ਰਹੇ ਕਿ ਟਾਰਗੇਟ ਕਰ ਰਹੇ ਹੋ ਤੁਸੀਂ ਇੱਕ ਧਰਮ ਨੂੰ। ਮੈਂ ਇਹਦਾ ਜਵਾਬ ਦੇ ਰਿਹਾ, ਜਿਵੇਂ ਤੁਸੀਂ ਕਿਹਾ ਕਿ ਪਲੇਟਫਾਰਮ ਨਹੀਂ ਸੀਗਾ, ਇਹਨੂੰ ਤੁਸੀਂ ਇਸੇ ਤਰੀਕੇ ਨਾਲ ਅਦਾਲਤ 'ਚ ਕਰਦੇ। ਅਦਾਲਤ 'ਚ ਵੀ ਤਾਂ ਇਹੀ ਤਾਂ ਉਦਾਹਰਨ ਵਰਤਣਾ ਸੀਗਾ, ਇਹੀ ਤਾਂ ਅਸੀਂ ਕੇਸ ਪ੍ਰੈਜ਼ੈਂਟ ਕਰਨਾ ਸੀਗਾ ਅਦਾਲਤ 'ਚ ਕਿ ਜੇ ਤੁਸੀਂ ਇੱਕ ਅਗਰ ਉਦਾਹਰਨ ਦੇਣੀ ਟਾਈ ਦੀ ਉਦਾਹਰਨ ਦਿੰਦੇ, ਜਿਹਦਾ ਟਾਈ ਦੇ ਨਾਲ ਜਿਹਦਾ ਗਲਾ ਕਿਸੇ ਦਾ ਗਲਾ ਘੋਟਿਆ ਜਾ ਸਕਦਾ, ਤੁਸੀਂ ਟਾਈ ਦੀ ਉਦਾਹਰਨ ਦਿੰਦੇ, ਤੁਸੀਂ ਜਨੇਊ ਦੀ ਉਦਾਹਰਨ ਕਿੱਦਾਂ ਦੇਤੀ? ਮੈਂ ਜੇ ਤੁਸੀਂ ਉਦਾਹਰਨ ਨਹੀਂ ਦੇਣੀ ਸੀਗੀ ਵੀ ਹਾਂ ਵੀ ਕਿਸੇ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਮਾਰਿਆ ਜਾ ਸਕਦਾ ਹੈ, ਉਹ ਟਾਈ ਦੇ ਨਾਲ ਉਹਦੇ ਗਰਦਨ ਕੁੱਟੀ ਜਾ ਸਕਦੀ ਹੈ, ਜਨੇਊ ਦਾ ਤਾਂ ਗਰਦਨ ਦੇ ਨਾਲ ਮਤਲਬ ਹੀ ਕੋਈ ਨਹੀਂ ਹੈ। ਚਲੋ ਜਵਾਬ ਲੈ ਲਈਏ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਸੰਧੂ ਜੀ ਕੰਪਲੀਟ ਕਰ ਲਓ। ਤੁਸੀਂ ਜੇ ਗਰਦਨ ਕੁੱਟਣੀ ਹੈ ਤੁਸੀਂ ਕੁੱਟੋ ਜੀ, ਮੈਂ ਤਾਂ ਤੁਹਾਨੂੰ ਸਿੰਪਲ ਜੀ ਗੱਲ ਸਮਝਾ ਰਿਹਾ ਕਿ ਰਿਲੀਜੀਅਸ ਇਕੁਐਲਿਟੀ ਕੀ ਹੁੰਦੀ ਹੈ। ਤੇ ਇੱਥੇ ਰਿਲੀਜੀਅਸ ਇਕੁਐਲਿਟੀ ਆਰਟੀਕਲ 15 ਦੀ ਗੱਲ ਕੀਤੀ ਗਈ ਹੈ ਕਿ ਸਾਰੇ ਧਰਮ ਬਰਾਬਰ ਨੇ। ਇੱਥੇ ਟਾਈ ਤੇ ਕਿਰਪਾਨ ਨੂੰ ਨਹੀਂ ਕੰਪੇਅਰ ਕਰ ਸਕਦੇ, ਕਿਉਂਕਿ ਟਾਈ ਇੱਕ ਧਾਰਮਿਕ ਨਿਸ਼ਾਨੀ ਨਹੀਂ ਹੈਗੀ। ਤੇ ਅਦਾਲਤ 'ਚ ਵੀ ਕੋਰਟਸ ਨੇ ਕਹਿਣਾ ਸੀਗਾ ਕਿ ਜੀ ਤੁਸੀਂ ਕੋਈ ਹੋਰ ਉਦਾਹਰਨ ਦੱਸੋ, ਤੁਸੀਂ ਇੱਕ ਧਾਰਮਿਕ ਮਸਲਾ ਹੈਗਾ, ਤੁਸੀਂ ਭੁੱਲੋ ਨਾ, ਕਿਉਂਕਿ ਦੇਖੋ ਤੁਹਾਡੇ ਕੋਲੇ ਸ਼ਬਦ ਨਹੀਂ ਹੈ। ਤੁਸੀਂ ਕਦੀ ਅਰੂੜ ਸਿੰਘ ਦੀ ਗੱਲ ਛੇੜਦੇ ਹੋ, ਤੁਹਾਡੀ ਕਦੀ ਸੰਗਰੂਰ ਦੀ ਗੱਲ ਕਰਦੇ ਹੋ, ਠੀਕ ਹੈ। ਤੁਸੀਂ ਮੈਨੂੰ ਸਲਾਹ ਦੇਣ ਦੀ ਬਜਾਏ ਤੁਸੀਂ ਇਸ ਮੁੱਦੇ ਤੇ ਗੱਲ ਕਰੋ ਨਾ ਜੀ। ਇਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ। ਸੰਗਰੂਰ ਦੀ ਜਦੋਂ ਡਿਬੇਟ ਹੋਊਗੀ ਫਿਰ ਸੰਗਰੂਰ ਦੀ ਕਰਾਂਗੇ, ਜਦੋਂ ਸਰਦਾਰ ਅਰੂੜ ਸਿੰਘ ਜੀ ਦੀ ਹੋਊਗੀ ਫਿਰ ਉਸ ਮਸਲੇ ਤੇ ਕਰਾਂਗੇ। ਬਾਰ-ਬਾਰ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਧਰਮ ਨੂੰ ਟਾਰਗੇਟ ਕੀਤਾ ਤੇ ਹਿੰਦੂ ਧਰਮ ਨਾਲ ਨਫ਼ਰਤ ਕਰਦੇ। ਨਫ਼ਰਤ ਕਿਵੇਂ ਕਰਦੇ ਹੈਗੇ? ਜੇ ਸਿੱਖ ਧਰਮ ਦੀ ਧਾਰਮਿਕ ਨਿਸ਼ਾਨੀ ਨੂੰ ਤੁਸੀਂ ਕੋਰਟ 'ਚ ਰਿਜੈਕਟ ਕਰਨ ਵਾਸਤੇ ਇੱਕ ਅਪੀਲ ਪਾ ਰਹੇ ਹੋ, ਠੀਕ ਹੈ ਜੀ, ਤੇ ਅਸੀਂ ਫਿਰ ਧਾਰਮਿਕ ਨਿਸ਼ਾਨੀ ਦਾ ਹੀ ਉਦਾਹਰਨ ਦੇਵਾਂਗੇ। ਆਪਾਂ ਸਵਿਮਿੰਗ ਪੂਲ 'ਚ ਜਿਹੜੇ ਕੱਪੜੇ ਪਾਉਂਦੇ ਆ ਉਹਦਾ ਉਦਾਹਰਨ ਥੋੜੀ ਨਾ ਦੇਵਾਂਗੇ, ਟਾਈ ਦਾ ਉਦਾਹਰਨ ਥੋੜੀ ਨਾ ਦੇਵਾਂਗੇ। ਇਹ ਤੁਸੀਂ ਥੋੜੀ ਜੀ ਤਾਂ ਸੈਂਸਿਬਲ ਗੱਲ ਕਰਿਆ ਕਰੋ ਨਾ ਜੀ, ਤੁਸੀਂ ਇੰਨੇ ਰਿਸਪੌਂਸਿਬਲ ਬੰਦੇ ਹੈਗੇ ਹੋ। ਭਾਰਦਵਾਜ ਸਾਹਿਬ ਛੋਟਾ ਜਿਹਾ ਸਟੇਟਮੈਂਟ ਸਰ, ਮੈਂ ਵਾइंड अप करना, मेरे को समय खत्म हो गया। ਭਾਰਦਵਾਜ ਸਾਹਿਬ। ਨਹੀਂ ਮੈਂ ਦੇਖੋ, ਕਿਉਂਕਿ ਇਹ ਸੰਧੂ ਸਾਹਿਬ ਜਿਹੜੇ ਹੈ ਇਹ ਸਿਮਰਨ ਸਿੰਘ ਮਾਨ ਦੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੈ। ਇਹਨਾਂ ਨੇ ਉਹੀ ਗੱਲ ਕੀਤੀ ਹੈ, ਉਹੀ ਗੱਲ ਲੈ ਕੇ ਆ ਗਏ ਹੈ ਜਿਹੜੀ ਕਿ ਜਿਸ ਤਰੀਕੇ ਨਾਲ ਇਹਨਾਂ ਦੇ ਮਨ ਦੇ ਵਿੱਚ ਵੀ ਬਿਲਕੁਲ ਉੱਦਾਂ ਹੀ ਹਿੰਦੂਆਂ ਦੇ ਪ੍ਰਤੀ ਨਫ਼ਰਤ ਹੈ। ਇਹ ਉਹਨੂੰ ਮੰਨਦੇ ਨਹੀਂ ਹੈ ਗੱਲ ਨੂੰ ਵੀ ਹਾਂ ਵੀ ਸਿਮਰਨ ਸਿੰਘ ਮਾਨ ਨੇ ਟਾਰਗੇਟ ਕੀਤਾ ਹਿੰਦੂਆਂ ਨੂੰ। ਇਹ ਉਸ ਚੀਜ਼ ਨੂੰ ਮੰਨਦੇ ਨਹੀਂ ਹੈ ਵੀ ਸਾਨੂੰ ਵੀ ਕਰਨਾ ਤੁਸੀਂ ਹਿੰਦੂਆਂ ਨੂੰ ਹੀ ਕਰਨਾ। ਅਗਰ ਤੁਹਾਡੇ ਸਮਾਜ ਦੇ ਵਿੱਚ ਅਗਰ ਤੁਸੀਂ ਤੁਲਨਾ ਕਰਨੀ ਹੈ, ਤੁਸੀਂ ਹੋਰ ਤਰੀਕੇ ਨਾਲ ਤੁਲਨਾ ਕਰੋ, ਤੁਸੀਂ ਜਨੇਊ ਦੇ ਨਾਲ ਹੀ ਤੁਲਨਾ ਕਰਨੀ ਹੈ। ਇਹਦਾ ਮਤਲਬ ਕੀ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਹਿੰਦੂਆਂ ਦੇ ਪ੍ਰਤੀ ਨਫ਼ਰਤ ਹੈ, ਹਿੰਦੂ ਨੂੰ ਟਾਰਗੇਟ ਕਰਨਾ ਹੈ। ਇਸ ਕਰਕੇ ਅਸੀਂ ਇਸ ਚੀਜ਼ ਦੇ ਇਹਨਾਂ ਨੂੰ ਐਕਸਪੋਜ਼ ਕਰਦੇ ਪਏ ਹਾਂ। ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ ਜੀ, ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਗਰੇਵਾਲ ਸਾਹਿਬ ਇੱਕ ਛੋਟੀ ਜਿਹੀ ਸਟੇਟਮੈਂਟ ਆਖਰੀ ਤੁਹਾਡੀ ਕਿ ਐਸਜੀਪੀਸੀ ਇਸ ਪਟੀਸ਼ਨ ਦੇ ਖਿਲਾਫ ਕੋਈ ਪੈਰਵੀ ਕਰੇਗੀ, ਕਿਉਂਕਿ ਬਹੁਤ ਚਰਚਾ ਹੋ ਰਹੀ ਹੈ ਕਿ ਪਲੇਟਫਾਰਮ ਗਲਤ ਹੈ, ਪਲੇਟਫਾਰਮ ਅਦਾਲਤ ਵਾਲਾ ਹੋਣਾ ਚਾਹੀਦਾ, ਉੱਥੇ ਗੱਲ ਰੱਖਣੀ ਚਾਹੀਦੀ ਹੈ। ਤਾਂ ਲਾਜ਼ਮੀ ਤੌਰ ਤੇ ਐਸਜੀਪੀਸੀ ਕੀ ਇਸ ਪਟੀਸ਼ਨ ਦੇ ਖਿਲਾਫ ਕੋਈ ਪਲੇਟਫਾਰਮ ਦੇ ਉੱਤੇ ਰੱਖੇਗੀ, ਅਦਾਲਤ ਦੇ ਪਲੇਟਫਾਰਮ ਤੇ ਆਪਣੀ ਗੱਲ? ਐਸਜੀਪੀਸੀ ਦਾ ਸਿੱਖਾਂ ਦਾ ਕੋਈ ਵੀ ਮਸਲਾ ਤੇ ਹੱਕ ਆ ਜਿਹੜੇ ਉਹਨਾਂ ਦੇ ਵਾਸਤੇ ਹਮੇਸ਼ਾ ਲੜਾਈ ਲੜਦੀ ਆਈ ਹੈ ਤੇ ਗਾਂ ਵੀ ਲੜੇਗੀ। ਕੋਈ ਵੀ ਮੁੱਦਾ ਆਉਂਦਾ ਪਰ ਕੋਰਟ ਨੇ ਜਿਹੜਾ ਇਹ ਰਿਜੈਕਟ ਕਰ ਦਿੱਤਾ, ਅਸੀਂ ਕੋਰਟ ਦਾ ਧੰਨਵਾਦ ਵੀ ਕਰਦੇ ਹਾਂ। ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਜਿਹੜੇ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀਆਂ ਦੂਰੀਆਂ ਵੱਧਦੀਆਂ ਹੋਣ ਤੇ ਘੱਟੋ ਘੱਟ ਉਹ ਸਾਨੂੰ ਘਟਾਉਣੀਆਂ ਚਾਹੀਦੀਆਂ। ਭਾਰਤਵਾਜ ਸਾਹਿਬ ਬਹੁਤ ਸਿਆਣੇ ਨੇ। ਮੇਰੀ ਇੱਕ ਬੇਨਤੀ ਹੈ ਕਿ ਆਪਾਂ ਕਈ ਵਾਰੀ ਗੱਲ ਕਰਦਿਆਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਜਿਹੜੀ ਕਈ ਵਾਰੀ ਮੁੱਦਾ ਬਣ ਜਾਂਦੀ ਹੈ। ਹੁਣ ਇਹ ਭਾਰਤਵਾਜ ਸਾਹਿਬ ਸਿਆਣੇ ਨੇ, ਆਪਣੇ ਸਿਸਟਮ ਦੇ ਵਿੱਚ ਗਿਆਨੀ ਨੇ। ਇਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਜਿਹੜਾ ਮੈਂ ਜਨੇਊ ਦਾ ਉਹ ਕੋਈ ਅਪਮਾਨ ਨਹੀਂ ਕਰ ਰਿਹਾ, ਪਰ ਬੁਨਿਆਦੀ ਸੂਲ ਦੀ ਗੱਲ ਕਰ ਰਿਹਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਂਡੇ ਨੂੰ ਇਹ ਗੱਲ ਕਹੀ ਸੀ ਕਿ ਦਇਆ ਕਪਾ ਸੰਤੋਖ ਸੂਤ, ਦਇਆ ਕਪਾ ਸੰਤੋਖ ਸੂਤ ਜਦਗੜੀ ਸਤਵਟ, ਇਹ ਜਨੇਊ ਹੈ, ਇਹ ਜਨੇਊ ਜੀ ਕਾ ਹੈ ਤੇ ਪਾਂਡੇ ਘੱਟ। ਤਾਂ ਗੁਰੂ ਨਾਨਕ ਸਾਹਿਬ ਨੇ ਜਨੇਊ ਦੀ ਪਰਿਭਾਸ਼ਾ ਦਿੱਤੀ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਇਸ ਗੱਲ ਨੂੰ ਤੁਸੀਂ ਦੁਬਾਰਾ ਘੋਟ ਨਾ ਕਰਨਾ ਕਿ ਕਿਰਪਾਨ ਜਨੇਊ ਦਾ ਇੱਕ ਵੱਖਰਾ ਸੀ। ਕਿਰਪਾਨ ਆਪਣੀ ਖਬਰ ਪਹਿਲਾਂ ਵੀ ਮੇਰਾ ਮਾਨ ਸਾਹਿਬ ਨਾਲ ਇਹੋ ਹੀ ਵਿਚਾਰ ਦਾ ਫਰਕ ਹੈ ਕਿ ਕਿਰਪਾਨ ਇੱਕ ਵੱਖਰੀ ਚੀਜ਼ ਹੈ ਤੇ ਜਨੇਊ ਠੀਕ ਹੈ। ਸੋ ਕਿਰਪਾਨ ਆਪਣੇ ਨਾਲ ਕੰਮ ਕਰਦੀ ਹੈ, ਜਨੇਊ ਆਪਣੇ ਨਾਲ ਕੰਮ ਕਰਦਾ, ਦੋਨੇ ਸਤਿਕਾਰਯੋਗ ਨੇ। ਅਸੀਂ ਚਾਹੁੰਦੇ ਹਾਂ
ਕਿ ਅਸੀਂ ਆਪਸ ਵਿੱਚ ਜੋ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਸਮਾਂ ਖਤਮ ਹੋ ਗਿਆ, ਠੀਕ ਹੈ, ਉਸ ਗੱਲ ਲਈ ਸਾਨੂੰ ਇੱਕ ਮਿੰਟ ਹੋ ਗਏ, ਅੱਗੇ ਚੱਲਣਾ। ਠੀਕ ਹੈ, ਮੈਂ ਜੈਬਾਂ ਜੀ ਲਾਸਟ ਰਿਐਕਸ਼ਨ ਦੇ ਲਈ ਨਹੀਂ ਆ ਪਾਉਂਗਾ, ਸੰਧੂ ਸਾਹਿਬ ਤੁਹਾਡੇ ਕੋਲ ਵੀ ਨਹੀਂ ਆ ਪਾਉਂਗਾ, ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ, ਮੈਨੂੰ ਵਾਈਂਡ ਅਪ ਕਰ। ਚਲੋ 10 ਸੈਕਿੰਡਸ ਹੈ, ਕੁਝ ਕਹਿਣਾ ਚਾਹ ਰਹੇ ਹੋ ਤੁਸੀਂ ਸੰਧੂ ਸਾਹਿਬ? ਨਹੀਂ, ਬਸ ਜਿਹੜੇ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਹਿੰਦੂਆਂ ਦੇ ਖਿਲਾਫ ਕਰਦੇ ਆ, ਫਿਰ ਜੇ ਤੁਸੀਂ ਦੇਖੋਗੇ ਕਿ ਹਿੰਦੂ ਸੇਨਾ ਨੇ ਕੇਸ ਪਾਇਆ ਸਿੱਖਾਂ ਦੇ ਖਿਲਾਫ, ਇਹ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਹਿੰਦੂਆਂ ਨੂੰ ਕਦੋਂ ਟਾਰਗੇਟ ਕੀਤਾ? ਹਿੰਦੂ ਸਮਾਜ ਤਕੜਾ ਰਹੂਗਾ, ਸਿੱਖਾਂ ਦਾ ਸਮਾਜ ਵੀ ਤਕੜਾ ਰਹੂਗਾ, ਭਾਈਚਾਰਕ ਸਾਂਝ ਰਹੂਗੀ, ਅਸੀਂ ਉਹਨੂੰ ਬਰਕਰਾਰ ਰੱਖਾਂਗੇ। ਜੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਸਿਆਸੀ ਲਾਹਾ ਮਿਲਣਾ ਹੈ ਇਹੋ ਜਿਹੇ ਬਿਆਨ ਦੇ ਕੇ ਕਿ ਜੀ ਹਿੰਦੂਆਂ ਦੇ ਖਿਲਾਫ, ਕਿਸੇ ਹਿੰਦੂ ਨੇ ਵੀ ਤੁਹਾਡੀ ਗੱਲ ਮੰਨਣੀ ਨਹੀਂ। ਉਹ ਜਿਹੜੇ ਸਿੰਗਲਾ ਸਾਹਿਬ ਨੇ ਪਟਿਆਲੇ ਵਾਲੇ, ਉਹੋ ਜਿਹੇ ਤੁਹਾਡੇ ਗੱਲ ਮੰਨਦੇ ਹੋਣਗੇ, ਹੋਰ ਕੋਈ ਸਿਆਣਾ ਹਿੰਦੂ ਪੰਜਾਬ ਦਾ ਇਹਨਾਂ ਗੱਲਾਂ ਤੇ ਬਾਤ। ਚਲੋ ਮੇਰੇ ਕੋਲ ਸਮਾਂ ਖਤਮ ਹੈ ਸਰ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ, ਇਸ ਸ਼ਾਮਲ ਹੋਣ ਦੇ ਲਈ। ਜੈਬੰਸ ਜੀ ਤੁਹਾਡਾ ਵੀ ਧੰਨਵਾਦ, ਸਾਰੇ ਮਹਿਮਾਨਾਂ ਦਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ। ਖੈਰ ਚਰਚਾ ਕਿਉਂਕਿ ਬਹੁਤ ਸੰਵੇਦਨਸ਼ੀਲ ਮੁੱਦਾ, ਜਦੋਂ ਆਪਾਂ ਕਿਸੇ ਧਰਮ ਨੂੰ ਲੈ ਕੇ ਜਾਂ ਧਾਰਮਿਕ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ, ਤੇ ਅੱਜ ਦੀ ਚਰਚਾ ਦੇ ਵਿੱਚ ਸਭ ਤੋਂ ਪੋਜ਼ਿਟਿਵ ਪੁਆਇੰਟ ਇਹੀ ਹੈ ਕਿ ਇੱਕ ਤਾਂ ਭਾਈਚਾਰਕ ਸਾਂਝ ਦੀ ਹੀ ਗੱਲ ਹੋ ਰਹੀ ਹੈ, ਤੇ ਦੂਜਾ ਪੁਆਇੰਟ ਬਹੁਤ ਸਲੀਕੇ ਦੇ ਨਾਲ ਹਰ ਇੱਕ ਪੁਆਇੰਟ ਦੇ ਉੱਤੇ ਚਰਚਾ ਹੋਈ ਹੈ, ਹਰ ਕਿਸੇ ਨੇ ਆਪਣੀ ਗੱਲ ਰੱਖੀ ਹੈ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਵੱਲੋਂ ਜੋ ਬਹੁਤ ਵੱਡੀ ਤਾਦਾਦ ਦੇ ਵਿੱਚ ਵੋਟਰਸ ਨੂੰ, ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਤਾਂ ਉਹ ਜ਼ਰੂਰ ਸੋਚਣ ਕਿ ਤੁਹਾਡੀ ਸਟੇਟਮੈਂਟ ਦੇ ਨਾਲ 2, 4, 5, 10 ਲੋਕ ਜਾਂ ਹਜ਼ਾਰਾਂ ਲੋਕ ਪ੍ਰਭਾਵਿਤ ਤਾਂ ਨਹੀਂ ਹੋ ਰਹੇ, ਉਹਨਾਂ ਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਤਾਂ ਨਹੀਂ ਆ ਰਹੀ, ਕਿਉਂਕਿ ਇਹ ਜ਼ਰੂਰੀ ਹੈ। ਕਿਉਂਕਿ ਜਦੋਂ ਕੋਈ ਸਟੇਟਮੈਂਟ ਕੋਈ ਪਬਲਿਕ ਫਿਗਰ ਦਿੰਦਾ ਹੈ ਤਾਂ ਉਸ ਦੇ ਨਾਲ ਅਸਰ ਵੱਡੇ ਪੱਧਰ ਦੇ ਉੱਤੇ ਨਜ਼ਰ ਆਉਂਦਾ ਹੈ। ਉਮੀਦ ਕਰਦੇ ਹਾਂ ਕਿ ਇਹਨਾਂ ਸਟੇਟਮੈਂਟਸ ਨੂੰ ਬਹੁਤ ਧਿਆਨ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦਿੱਤਾ ਜਾਏਗਾ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇਹ